ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਜਿਵੇਂ ਸਿੱਖ ਸੰਗਤਾਂ ਦੀ ਪਿਰਤ ਹੈ ਕਿ ਆਪਾਂ ਮਹੀਨਾ ਪਹਿਲਾਂ ਗੁਰਪੁਰਬ ਮਨਾਉਣੇ ਸ਼ੁਰੂ ਕਰ ਦਿੰਦੇ ਹਾਂ। ਖਾਸ ਕਰਕੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੋਵੇ ਤਾਂ ਉਦੋਂ ਪ੍ਰਭਾਤ ਫੇਰੀਆਂ ਲੱਗਦੀਆਂ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਹੋਵੇ ਤਾਂ ਉਦੋਂ ਜਿੱਥੇ ਸ਼ਬਦ ਦੀਆਂ ਚੌਂਕੀਆਂ ਹੁੰਦੀਆਂ ਨੇ ਉੱਥੇ ਨਾਲ ਛਬੀਲਾਂ ਵੀ ਲਾਈਆਂ ਜਾਂਦੀਆਂ ਨੇ। ਇਵੇਂ ਹੀ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜਾ ਹੋਵੇ ਉਦੋਂ ਵੀ ਖਾਸ ਤੌਰ ਦੇ ਉੱਤੇ ਆਪਾਂ ਸ਼ਾਮ ਨੂੰ ਬੈਠ ਕੇ ਕੀਰਤਨ ਕਰਨ ਦਾ ਸਿੱਖਾਂ ਦੇ ਵਿੱਚ ਪੁਰਾਤਨ ਸਮੇਂ ਤੋਂ ਇੱਕ ਰਿਵਾਜ ਚੱਲਦਾ ਆ ਰਿਹਾ। ਮਹੀਨਾ ਪਹਿਲਾਂ ਇਹ ਸਾਰੀਆਂ ਪ੍ਰਚਾਰ ਫੇਰੀਆਂ ਵੀ ਸ਼ੁਰੂ ਹੋ ਜਾਂਦੀਆਂ, ਕੀਰਤਨ ਵੀ ਸ਼ੁਰੂ ਹੋ ਜਾਂਦਾ ਸੀ। ਹੁਣ ਭਾਵੇਂ ਥੋੜ੍ਹੀ ਜਿਹੀ ਗੱਲ ਬਦਲ ਗਈ ਹੈ। ਸੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦਾ ਸਮਾਂ ਚੱਲ ਰਿਹਾ ਹੈ ਅਤੇ ਨਾਲ ਜੇ ਹੁਣ ਦੇ ਸਮੇਂ ਨਾਲ ਜੋੜ ਕੇ ਗੱਲ ਕਰਨੀ ਹੋਵੇ ਤਾਂ ਮਹਾਮਾਰੀ ਕੋਰੋਨਾ ਵਾਇਰਸ ਸੰਸਾਰ ਪੱਧਰ 'ਤੇ ਚੱਲ ਰਹੀ ਹੈ। ਇੱਕ ਨਵਾਂ ਨਾਂ ਸਾਹਮਣੇ ਆ ਰਿਹਾ ਹੈ ਕਰੋਨਾ ਵਾਇਰਸ ਦੇ ਨਾਲ ਹੀ, ਕਾਵਾਸਾਕੀ ਦਾ। ਖੈਰ, ਮਹਾਮਾਰੀ ਦੇ ਚਲਦਿਆਂ ਜਦੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ ਤੇ ਮੈਂ ਖਾਸ ਤੌਰ 'ਤੇ ਚਾਹੁੰਦਾ ਕਿ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੇ ਵਿੱਚੋਂ ਅਜਿਹੇ ਸਮੇਂ ਲਈ ਸੇਧ ਪ੍ਰਾਪਤ ਕੀਤੀ ਜਾਵੇ। ਜੇ ਗੁਰੂ ਅਰਜਨ ਦੇਵ ਜੀ ਦਾ ਜੀਵਨ ਵਿਚਾਰ ਕੇ ਦੇਖੀਏ ਤਾਂ ਉਹਨਾਂ ਦੇ ਸਰੀਰਕ ਜੀਵਨ ਦੇ ਦੌਰਾਨ ਲਾਹੌਰ ਦੇ ਵਿੱਚ ਇੱਕ ਬਹੁਤ ਵੱਡਾ ਕਾਲ ਪਿਆ ਸੀ। 1598-99 ਇਹ ਸਾਲ 1598-99 ਈਸਵੀ ਸਨ ਜਿਹੜੇ ਸਨ, ਯਾਨੀ ਕਿ ਗੁਰੂ ਅਰਜਨ ਦੇਵ ਜੀ ਸ਼ਹਾਦਤ ਤੋਂ ਤਕਰੀਬਨ 6-7 ਵਰੇ ਪਹਿਲਾਂ। ਗੁਰੂ ਅਰਜਨ ਦੇਵ ਦੀ ਸ਼ਹਾਦਤ ਹੋਈ ਆ 1606 ਦੇ ਵਿੱਚ। ਸੋ ਉਦੋਂ 6-7 ਵਰੇ ਪਹਿਲਾਂ 1598-99 ਦੇ ਵਿੱਚ ਜਦੋਂ ਕਿਤੇ ਮੁਗਲ ਰਾਜ ਦੇ ਆਪਾਂ ਰੋਜ਼ਨਾਮੇ ਪੜ੍ਹੀਏ ਤਾਂ ਉੱਥੇ ਜ਼ਿਕਰ ਕੀਤਾ ਗਿਆ ਹੈ ਕਿ ਮੁਗਲ ਰਾਜ ਦੇ ਸਾਰੇ ਸਮੇਂ ਦੇ ਵਿੱਚ ਐਦੋਂ ਵੱਡਾ ਕਾਲ ਕਦੀ ਨਹੀਂ ਪਿਆ ਤੇ ਲਾਹੌਰ ਦੇ ਇਤਿਹਾਸ ਦੇ ਵਿੱਚ ਉਦੋਂ ਵੱਡਾ ਕਾਲ ਕਦੀ ਨਹੀਂ ਪਿਆ। ਇਕੱਲਾ ਕਾਲ ਹੀ ਨਹੀਂ ਪਿਆ, ਕਾਲ ਦੇ ਵਿੱਚ ਫਸਲਾਂ ਘੱਟ ਹੁੰਦੀਆਂ ਨੇ, ਇਹ ਮੀਂਹ ਨਹੀਂ ਪੈਂਦਾ, ਫਸਲਾਂ ਨਹੀਂ ਹੁੰਦੀਆਂ, ਟਾਈਮ ਸਿਰ ਮੌਨਸੂਨ ਨਹੀਂ ਆਉਂਦਾ, ਫਸਲਾਂ ਨਹੀਂ ਹੁੰਦੀਆਂ ਤੇ ਸ਼ਹਿਰਾਂ ਦੇ ਮਹਾਨਗਰਾਂ ਦੇ ਵਿੱਚ ਪਿੰਡਾਂ ਤੋਂ ਅੰਨ ਨਹੀਂ ਪਹੁੰਚਦਾ ਤੇ ਉੱਥੇ ਕਿਉਂਕਿ ਲੋਕੀ ਇਕੱਠੇ ਹੋ ਕੇ ਰਹਿੰਦੇ ਹੁੰਦੇ ਨੇ, ਸੰਘਣੀ ਆਬਾਦੀ ਹੁੰਦੀ ਹੈ, ਉੱਥੇ ਆਮ ਤੌਰ 'ਤੇ ਲੋੜਵੰਦਾਂ ਨੂੰ ਅਨਾਜ ਨਹੀਂ ਮਿਲਿਆ ਕਰਦਾ। ਤੇ ਲਾਹੌਰ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਕਾਲ ਜੇ ਪਿਆ ਕਹਿੰਦੇ ਇਹ ਅਕਬਰ ਦਾ ਸਮਾਂ ਸੀ 1598 ਦਾ ਈਸਵੀ ਦਾ, ਜਦੋਂ ਪੂਰਾ 97 ਤੇ 98 'ਚ ਪੂਰੇ ਇਹ ਸਮਾਂ ਦੇ ਵਿੱਚ ਮੀਂਹ ਨਹੀਂ ਸੀ ਪਿਆ, ਮੌਨਸੂਨ ਨਹੀਂ ਸੀ ਆਇਆ। ਪਰ ਇਕੱਲਾ ਕਾਲ ਹੀ ਨਹੀਂ, ਕਹਿੰਦੇ ਮੁਸੀਬਤਾਂ ਕਦੀ ਵੀ ਇਕੱਲੀਆਂ ਨਹੀਂ ਆਉਂਦੀਆਂ। ਮੁਸੀਬਤ ਜਦੋਂ ਆਉਂਦੀ ਹੈ ਤਾਂ ਉਹ ਚਾਰੇ ਬੰਨਿਓਂ ਘੇਰਾ ਪਾਉਂਦੀ ਹੈ। ਜੇ ਇੱਕ ਬੰਨਿਓਂ ਆਈ ਤੇ ਬੰਦਾ ਬਾਕੀ ਬੰਨਿਓਂ ਬਚਦਾ ਰਹਿ ਗਿਆ ਤੇ ਫਿਰ ਉਹ ਮੁਸੀਬਤ ਕਾਹਦੀ ਹੋਈ। ਕਾਲ, ਭੁੱਖਮਰੀ ਦੇ ਨਾਲ ਹੀ ਉਹਨਾਂ ਦਿਨਾਂ ਦੇ ਵਿੱਚ ਮਹਾਮਾਰੀ ਸ਼ੁਰੂ ਹੋ ਗਈ ਪਲੇਗ ਦੀ, ਤੇ ਪਲੇਗ ਦੇ ਨਾਲ ਹੀ ਕਿਉਂਕਿ ਕਮਜ਼ੋਰ ਸਰੀਰ ਹੋਏ ਸਨ ਉਹਨਾਂ ਦਿਨਾਂ 'ਚ ਇਲਾਜ ਨਹੀਂ ਸੀ ਹੁੰਦਾ, ਚੇਚਕ ਦੀ ਮਹਾਮਾਰੀ ਵੀ ਫੈਲ ਗਈ ਜਿਹਨੂੰ ਆਪਾਂ ਸੀਤਲਾ ਕਹਿੰਦੇ ਹਾਂ। ਸੋ ਦੋ ਮਹਾਮਾਰੀਆਂ ਇਕੱਠੀਆਂ, ਇੱਕ ਕਾਲ ਇੱਕ ਭੁੱਖਮਰੀ ਚੱਲ ਰਹੀ ਹੈ, ਦੂਜੀ ਪਲੇਗ ਚੱਲ ਰਹੀ ਹੈ, ਤੀਜੀ ਚੇਚਕ ਚੱਲ ਰਹੀ ਹੈ। ਤੇ ਲਾਹੌਰ ਦੇ ਵਿੱਚ ਇਹ ਗੱਲ ਕਹੀ ਜਾਂਦੀ ਆ, ਮੁਗਲ ਦਰਬਾਰ ਦੇ ਰੋਜ਼ਨਾਮੇ ਕਹਿੰਦੇ ਨੇ ਕਿ ਵੱਡੇ ਜਿਹੜੇ ਧਨਾੜ ਲੋਕ ਸਨ, ਜਿਹੜੇ ਵੱਡੇ ਅਹਿਲਕਾਰ ਹਨ, ਜਿਹੜੇ ਸਰਦੇ ਪੁੱਜਦੇ ਲੋਕ ਸਨ, ਉਹ ਲਾਹੌਰ ਛੱਡ ਕੇ ਭੱਜ ਗਏ। ਇੱਕ ਤਰ੍ਹਾਂ ਦਾ ਉਹਨਾਂ ਨੇ ਆਪਣਾ ਮਾਇਆ ਸਰਮਾਇਆ ਸਾਂਭਿਆ। ਲਾਹੌਰ 'ਚ ਮਹਾਮਾਰੀ ਫੈਲ ਰਹੀ ਹੈ ਤੇ ਉਹ ਆਲੇ ਦੁਆਲੇ ਉਹਨਾਂ ਦਿਨਾਂ 'ਚ ਆਵਾਜਾਈ ਇੰਨੀ ਜ਼ਿਆਦਾ ਨਹੀਂ ਸੀ ਹੁੰਦੀ, ਮਹਾਮਾਰੀਆਂ ਫੈਲਦੀਆਂ ਨਹੀਂ ਸਨ ਹੁੰਦੀਆਂ। ਉਹਨਾਂ ਲੋਕਾਂ ਨੇ ਆਪਣਾ ਬਚਾਅ ਕੀਤਾ, ਪਿੰਡਾਂ ਦੇ ਵਿੱਚ ਦੂਰ ਦਰਾਡੇ ਜਾ ਕੇ ਨਗਰਾਂ 'ਚ ਜਾ ਕੇ ਬੈਠ ਗਏ ਤਾਂ ਕਿ ਲਾਹੌਰ ਦੇ ਵਿੱਚ ਜਿਹੜੀ ਮਹਾਮਾਰੀ ਫੈਲੀ ਹੋਈ ਹੈ ਉਹਦੇ ਤੋਂ ਉਹਨਾਂ ਦਾ ਤੇ ਉਹਨਾਂ ਦੇ ਬੱਚਿਆਂ ਦਾ ਬਚਾਅ ਹੋ ਸਕੇ। ਆਪਣੇ ਪਰਿਵਾਰਾਂ ਨੂੰ ਲੈ ਕੇ
ਵੱਡੇ ਜਿਹੜੇ ਅਹਿਲਕਾਰ ਲੋਕ ਸਨ, ਜਿਹੜੇ ਸਰਦੇ ਪੁੱਜਦੇ ਲੋਕ ਸਨ, ਲਾਹੌਰ ਨੂੰ ਛੱਡ ਕੇ ਚਲ ਗਏ। ਤੇ ਲਾਹੌਰ ਦੀ ਹਾਲਾਤ ਇਹੋ ਜਿਹੀ ਹੋ ਗਈ, ਜਿਹੜੇ ਕਰਿੰਦੇ ਸਨ ਸਰਕਾਰੀ, ਉਹਨਾਂ ਨੇ ਘਰਾਂ ਚੋਂ ਬਾਹਰ ਨਿਕਲਣਾ ਬੰਦ ਕਰਤਾ ਕਿ ਉਹਨਾਂ ਨੂੰ ਚੇਚਕ ਨਾ ਹੋ ਜਾਵੇ ਆਪਣੇ ਆਪ ਨੂੰ। ਅੱਜ ਆਪਾਂ ਲਾਕਡਾਊਨ ਸਰਕਾਰਾਂ ਦੇ ਕਹਿਣ 'ਤੇ ਕਰਦੇ, ਉਹਨਾਂ ਨੇ ਆਪਣੇ ਆਪ ਨੂੰ ਆਪੇ ਲਾਕਡਾਊਨ ਕਰ ਲਿਆ। ਜਿਹੜੇ ਸੂਬੇਦਾਰ ਸੀ ਉਹਨੇ ਆਪਣੇ ਆਪ ਨੂੰ ਕਿਲੇ ਅੰਦਰ ਬੰਦ ਕਰ ਲਿਆ। ਵੱਡੇ ਵੱਡੇ ਅਹਿਲਕਾਰਾਂ ਨੇ ਆਪਣੇ ਆਪ ਨੂੰ ਹਵੇਲੀਆਂ 'ਚ ਬੰਦ ਕਰ ਲਿਆ। ਉਹਨਾਂ ਕੋਲ ਦਿਖਾਉਣ ਲਈ ਸਭ ਕੁਛ ਸੀ, ਤੇ ਆਮ ਲੋਕਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਰਿਹਾ। ਉਦੋਂ ਅੱਜ ਵਰਗੀਆਂ ਕਲਿਆਣਕਾਰੀ ਸਰਕਾਰਾਂ ਨਹੀਂ ਸਨ ਹੁੰਦੀਆਂ। ਸੋ ਆਮ ਲੋਕਾਂ ਦੀਆਂ ਲੋਥਾਂ ਲਾਹੌਰ ਦੇ ਬਾਜ਼ਾਰਾਂ ਗਲੀਆਂ ਵਿੱਚ ਰੁਲਣ ਲੱਗ ਪਈਆਂ। ਕੋਈ ਲੋਥਾਂ ਚੱਕਣ ਵਾਲਾ ਵੀ ਨਹੀਂ, ਕੋਈ ਭੁੱਖਿਆਂ ਦੀ ਸਾਰ ਲੈਣ ਵਾਲਾ ਨਹੀਂ, ਕੋਈ ਭੁੱਖਮਰੀ ਦਾ ਧਿਆਨ ਕਰਨ ਵਾਲਾ ਨਹੀਂ। ਪਲੇਗ ਨਾਲ ਲੋਕੀ ਮਰ ਰਹੇ ਨੇ, ਚੇਚਕ ਨਾਲ ਲੋਕੀ ਮਰ ਰਹੇ ਨੇ, ਇੱਕ ਦੂਜੇ ਤੋਂ ਬਿਮਾਰੀ ਫੈਲ ਰਹੀ ਹੈ, ਕੋਈ ਖਿਆਲ ਕਰਨ ਵਾਲਾ ਨਹੀਂ। ਟੱਬਰਾਂ ਦੇ ਟੱਬਰ ਖਤਮ ਹੋ ਰਹੇ ਨੇ। ਤੇ ਜਦੋਂ ਇਹ ਖਬਰ ਲਾਹੌਰ ਤੋਂ ਅੰਮ੍ਰਿਤਸਰ ਪਹੁੰਚੀ, ਅੱਜ ਵਾਂਗ ਨਹੀਂ ਕਿ ਗੱਲ ਅਜੇ ਅਮਰੀਕਾ 'ਚ ਹੁੰਦੀ ਹੈ, ਸਾਨੂੰ ਇੱਥੇ ਪਤਾ ਲੱਗ ਜਾਂਦੀ ਹੈ। ਗੱਲ ਅਜੇ ਪੰਜਾਬ ਦੇ ਕਿਸੇ ਪਿੰਡ 'ਚ ਵਾਪਰੀ ਹੁੰਦੀ, ਸਾਨੂੰ ਇੱਥੇ ਪਤਾ ਲੱਗ ਜਾਂਦੀ, ਕਿਉਂਕਿ ਸਾਡੇ ਕੋਲ ਮੀਡੀਆ ਹੈ ਅੱਜ ਦੇ ਸਮੇਂ 'ਚ। ਪਰ ਉਦੋਂ ਮੀਡੀਆ ਨਹੀਂ ਸੁਣਦਾ। ਲਾਹੌਰ ਤੋਂ ਅੰਮ੍ਰਿਤਸਰ ਖਬਰ ਪਹੁੰਚਦੀ ਨੂੰ ਵੀ ਕਈ ਵਾਰੀ ਮਹੀਨੇ ਲੱਗ ਜਾਂਦੇ ਸਨ। ਬੰਦਿਆਂ ਨਾਲ ਹੀ ਖਬਰ ਪਹੁੰਚਦੀ ਨਹੀਂ, ਬੰਦਾ ਕੋਈ ਨਿਕਲ ਨਹੀਂ ਰਿਹਾ, ਖਬਰ ਕਿੱਦਾਂ ਜਾਏਗੀ। ਤੇ ਜਦੋਂ ਅੰਮ੍ਰਿਤਸਰ ਖਬਰ ਪਹੁੰਚੀ, ਗੁਰੂ ਦਰਬਾਰ ਦੇ ਵਿੱਚ, ਗੁਰੂ ਅਰਜਨ ਦੇਵ ਦੇ ਦਰਬਾਰ ਦੇ ਵਿੱਚ, ਕਿ ਲਾਹੌਰ ਤਾਂ ਉਜੜ ਗਿਆ ਹੈ, ਲਾਹੌਰ ਤਾਂ ਬਰਬਾਦ ਹੋ ਗਿਆ ਹੈ, ਲਾਹੌਰ ਤਾਂ ਤਬਾਹ ਹੋ ਗਿਆ ਹੈ। ਤੇ ਗੁਰੂ ਅਰਜਨ ਦੇਵ ਨੇ ਆਖਿਆ, ਨਹੀਂ, ਇਹ ਗੁਰੂ ਰਾਮਦਾਸ ਦੀ ਜਨਮ ਨਗਰੀ ਹੈ। ਕਦੀ ਸੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਪਰ ਗੁਰੂ ਅਮਰਦਾਸ ਦਾ ਵਾਕ ਇਹਦੇ ਨਾਲ ਜੁੜ ਗਿਆ। ਇਸ ਵਾਕ ਸ਼ਹਿਰ ਦੇ ਨਾਲ, ਜਿੱਥੇ ਗੁਰੂ ਨਾਨਕ ਸਾਹਿਬ ਦਾ ਵਾਕ ਜੁੜਿਆ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਉੱਥੇ ਗੁਰੂ ਅਮਰਦਾਸ ਦਾ ਵਾਕ ਵੀ ਇਸ ਗੁਰੂ ਕੇ ਲਾਹੌਰ ਦੇ ਨਾਲ ਜੁੜ ਗਿਆ ਹੈ। ਕਿਉਂਕਿ ਗੁਰੂ ਰਾਮਦਾਸ ਦਾ ਇੱਥੇ ਜਨਮ ਹੋਇਆ, ਪ੍ਰਕਾਸ਼ ਹੋਇਆ ਹੈ ਕਿ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਲਾਹੌਰ ਉਜੜੇਗਾ ਨਹੀਂ। ਤੇ ਗੁਰੂ ਅਰਜਨ ਦੇਵ ਜੀ ਆਪਣੇ ਇਸ ਪਿਤਾ ਪੁਰਖੀ ਸ਼ਹਿਰ ਦੇ ਵਿੱਚ, ਜਿਹੜਾ ਗੁਰੂ ਰਾਮਦਾਸ ਦਾ ਜਨਮ ਸਥਾਨ ਵਾਲਾ ਸ਼ਹਿਰ ਸੀ, ਇਸ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਤੋਂ ਤੁਰ ਪਏ। ਤੇ ਹੁਣ ਉੱਥੇ ਤੁਰਨਾ ਹੈ, ਨਾਲ ਦਵਾਈਆਂ ਇਕੱਠੀਆਂ ਕੀਤੀਆਂ ਕਿ ਕੋਈ ਜਾਣਾ ਹੈ, ਪਲੇਗ ਫੈਲੀ ਹੋਈ ਹੈ, ਚੇਚਕ ਫੈਲੀ ਹੋਈ ਹੈ, ਮਹਾਂਮਾਰੀਆਂ ਫੈਲੀਆਂ ਹੋਈਆਂ ਨੇ। ਦਵਾਈਆਂ ਇਕੱਠੀਆਂ ਕੀਤੀਆਂ, ਉਹਨਾਂ ਦਿਲਾਂ 'ਚ ਆਯੁਰਵੈਦਿਕ ਦੀਆਂ ਦਵਾਈਆਂ ਹੋਈਆਂ ਕਰਦੀਆਂ ਸੀ, ਜੜੀ ਬੂਟੀਆਂ ਹੋਇਆ ਕਰਦੀਆਂ ਸੀ। ਗੁਰੂ ਘਰ ਇਹਨਾਂ ਗੱਲਾਂ ਦਾ ਖਿਆਲ ਵੀ ਰੱਖਿਆ ਕਰਦਾ ਸੀਗਾ ਕਿ ਜਿੱਥੇ ਗੁਰੂ ਘਰ ਚੱਲ ਰਿਹਾ, ਨਾਲ ਇੱਕ ਦਵਾਖਾਨਾ, ਇੱਕ ਸਫਾਖਾਨਾ ਵੀ ਚੱਲਦਾ ਰਹੇ। ਸਫਾਈ ਕਰਨ ਵਾਲੇ ਕੁਛ ਲੋਕ ਨਾਲ ਲੈ ਲੈ, ਕੁਛ ਸੇਵਾ ਕਰਨ ਵਾਲੇ ਗੁਰਸਿੱਖ ਨਾਲ ਲੈ ਲੈ। ਗੱਡਿਆਂ ਦੇ ਉੱਤੇ ਸਤਿਗੁਰ ਨੇ ਅੰਨ ਲਦਾ ਲਿਆ ਔਰ ਨਾਲ ਨਾਲ ਐਲਾਨ ਕਰ ਦਿੱਤਾ ਕਿ ਜਿਹੜੇ ਸਿੱਖ ਨੇ ਹੁਣ ਦਸ਼ਵੰਧ ਦੇਣਾ ਹੈ, ਉਹ ਆਪਣਾ ਦਸ਼ਵੰਧ ਲੈ ਕੇ ਦੂਰ ਦਰਾਡੇ ਅੰਮ੍ਰਿਤਸਰ ਨਾ ਆਵੇ, ਉਹ ਲਾਹੌਰ ਪਹੁੰਚੇ, ਕਿਉਂਕਿ ਗੁਰੂ ਸਾਹਿਬ ਉੱਥੇ ਜਾ ਰਿਹਾ। ਤੇ ਜਦੋਂ ਸਤਿਗੁਰ ਨੂੰ ਪਤਾ ਲੱਗਾ ਕਿ ਵੱਡੇ ਵੱਡੇ ਅਹਿਲਕਾਰ ਆਪਣੇ ਬੱਚਿਆਂ ਨੂੰ ਲੈ ਕੇ ਲਾਹੌਰ ਤੋਂ ਭੱਜ ਰਹੇ ਨੇ, ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੀ ਤਰਾਹ ਹੋ ਰਹੀ ਹੈ, ਤੇ ਉਹਨਾਂ ਲੋਕਾਂ ਨੂੰ ਹੌਸਲਾ ਦੇਣ ਦੇ ਲਈ ਸਤਿਗੁਰੂ ਗੁਰੂ ਅਰਜਨ ਦੇਵ ਜੀ ਪਰਿਵਾਰ ਸਮੇਤ ਗਏ। ਆਪ ਗਏ, ਉਹਨਾਂ ਦੇ ਨਾਲ ਮਾਤਾ ਗੰਗਾ ਜੀ ਗਏ, ਉਹਨਾਂ ਦੇ ਮਾਤਾ ਜੀ, ਤੇ ਉਹਨਾਂ ਦੇ ਨਾਲ 2.5 ਸਾਲ ਦੀ ਅਜੇ ਉਮਰ ਹੈ, 2.5 ਪੌਣੇ 3 ਸਾਲ ਦੀ ਉਮਰ ਹੈ ਅਜੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ। ਛੋਟੇ ਬੱਚੇ ਨੂੰ ਵੀ ਨਾਲ ਲੈ ਕੇ ਗਏ। ਆਮ ਤੌਰ 'ਤੇ ਲੋਕੀ ਪਲੇਗ ਤੋਂ, ਚੇਚਕ ਤੋਂ ਜਿੱਥੇ ਫੈਲੀ ਹੋਵੇ, ਕਿਉਂਕਿ ਛੋਟੇ ਬੱਚਿਆਂ ਨੂੰ ਭੱਜ ਕੇ ਪੈਂਦੀ ਹੈ ਬਿਮਾਰੀ, ਮਹਾਂਮਾਰੀ, ਕੋਈ ਬੱਚਿਆਂ ਦਾ ਜੇ ਇਮਿਊਨ ਸਿਸਟਮ ਤਕੜਾ ਨਹੀਂ ਹੋਇਆ ਹੁੰਦਾ, ਇਸ ਕਰਕੇ ਬਚਾਉਂਦੇ ਨੇ ਆਪਣੇ ਬੱਚਿਆਂ ਨੂੰ। ਪਰ ਸਤਿਗੁਰ ਨੇ ਆਪਦੇ ਲਈ ਇੱਕ ਪੂਰਨਾ ਪਾਉਣਾ ਸੀ ਕਿ ਤੁਸੀਂ ਜੇ ਆਪਣੇ ਬੱਚਿਆਂ ਨੂੰ ਬਚਾ ਕੇ ਭੱਜੋਗੇ, ਤੁਸੀਂ ਕਿਸੇ ਦੇ ਬੱਚਿਆਂ ਨੂੰ ਬਚਾ ਨਹੀਂ ਸਕੋਗੇ। ਇਤਿਹਾਤ ਰੱਖਣੀ ਜ਼ਰੂਰੀ ਹੈ। ਆਪਾਂ ਗੱਲ ਕਰਾਂਗੇ ਸਤਿਗੁਰ ਨੇ ਕਿੱਦਾਂ ਇਤਿਹਾਤ ਰੱਖੀ, ਪਰ ਆਪਣੇ ਆਪ ਨੂੰ ਬਲਦੀ ਦੇ ਬੂਥੇ ਵੀ ਦੇਣਾ ਪੈਂਦਾ ਹੈ ਲੋਕਾਂ ਦੀ ਸੇਵਾ ਕਰਨ ਦੇ ਲਈ। ਗੁਰੂ ਅਰਜਨ ਦੇਵ ਜੀ ਆਪ ਅੰਮ੍ਰਿਤਸਰ 'ਚ ਬੈਠੇ ਸਨ। ਅੰਮ੍ਰਿਤਸਰ 'ਚ ਕੋਈ ਕਾਲ ਨਹੀਂ ਸੀ। ਅੰਮ੍ਰਿਤਸਰ ਬੈਠੇ ਸਨ ਜਿੱਥੇ ਕੋਈ ਭੁੱਖਮਰੀ ਨਹੀਂ ਸੀ। ਅੰਮ੍ਰਿਤਸਰ ਬੈਠੇ ਸਨ ਜਿੱਥੇ ਕੋਈ ਬਿਮਾਰੀ ਨਹੀਂ ਸੀ, ਜਿੱਥੇ ਨਾ ਕੋਈ ਪਲੇਗ ਸੀ, ਨਾ ਚੇਚਕ ਸੀ। ਪਰ ਜੇ ਮਹਾਂਮਾਰੀਆਂ ਡੱਕੀਆਂ ਨਾ ਜਾਣ ਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨੂੰ ਫੈਲਣ ਲੱਗਿਆ ਸਮਾਂ ਨਹੀਂ ਲਾਇਆ ਕਰਦੀਆਂ। ਸਤਿਗੁਰੂ ਜਾਣਦੇ ਸਨ ਕਿ ਜੋ ਉਸ ਪੜੋਸੀ ਸ਼ਹਿਰ 'ਚ ਹੋਇਆ ਹੈ ਅੰਮ੍ਰਿਤਸਰ 'ਚ ਵੀ ਹੋ ਸਕਦਾ ਹੈ। ਸਤਿਗੁਰੂ ਜਾਣਦੇ ਸਨ ਕਿ ਮਾਨਵਤਾ ਦਾ ਦਰਦ ਜੇ ਤੁਸੀਂ ਵੰਡਾਉਣਾ ਹੈ ਤਾਂ ਜਿੱਥੇ ਦਰਦ ਹੋ ਰਿਹਾ ਉੱਥੇ ਜਾ ਕੇ ਵੰਡਾਉਣਾ ਚਾਹੀਦਾ। ਸੋ ਸਤਿਗੁਰੂ ਅੰਮ੍ਰਿਤਸਰ ਤੋਂ ਗੱਡਿਆਂ ਦੇ ਉੱਤੇ ਰਾਸ਼ਨ ਲੱਦ ਕੇ
दवाइयां लद के, सफाइयां करने वाले सेवादार नाल लैके, सेवादार जिहड़े अन्न तैयार कर सकते होण, भोजन तैयार कर सकते होण, वो लैके ते कुछ कारीगर भी सतगुर दे नाल लै चेचे तौर पर उसारी वाले उन्होंने नाल लैके सतगुर दे अपने हिरदे दे अंदर एक आने वाले समय का नक्शा चल रहा सी। ते सतगुरु गड्डियां दी एक वड्डी पॉल लैके गड्डियां दी एक लंबी लाइन जोड़ के, एक लंबी कतार जोड़ के अमृतसर तो लाहौर नूं पहुंचे। ते गए कित्थे सब तो पहला अपने घर दे विच, जिहड़ा उन्हां दा जद्दी पुश्ती घर सी, जिथे आके गुरु अर्जन देव जी पहला भी एक बारी ताया सिहारी दे मुंडे दे विआह ते रह चुके सन अपने बचपन के समय दे विच। गुरु रामदास पातशाह ने जदों उन्होंने भेजा सी, ये गुरु अर्जन देव जी की लाहौर शहर दे विच दूजी फेरी सी। आपां उन्हां दा जीवन विचारिया, आपां उन्हां फेरियां दा सारियां दा जिक्र भी करांगे, पर अज इस फेरी ते रहांगे। वो पहली फेरी सी ਜਦੋਂ बचपन ਦੇ ਵਿੱਚ ताया सिहारी ਦੇ लड़के ਦੇ, ਉਹਦੇ ਬੱਚੇ ਦੇ, ਉਹਦੇ ਮੁੰਡੇ ਦੇ ਵਿਆਹ ਦੇ ਉੱਤੇ ਆਏ ਸਨ, ਉਹਦੇ ਪੁੱਤਰ ਦੇ ਵਿਆਹ ਦੇ ਉੱਤੇ ਆਏ ਸਨ, ਆਪਣੇ ਤਾਏ ਦੇ ਪੁੱਤ ਜਿਹੜਾ ਗੁਰੂ ਅਰਜਨ ਦੇਵ ਦਾ ਭਰਾ ਹੀ ਲੱਗਦਾ ਸੀ, ਉਹਦੇ ਵਿਆਹ ਦੇ ਉੱਤੇ ਆਏ ਸਨ। ਇਹ ਦੂਜੀ ਫੇਰੀ ਸੀ ਜਦੋਂ ਗੁਰੂ ਅਰਜਨ ਦੇਵ ਜੀ ਗੱਡੇ ਜੋੜ ਕੇ ਪਹੁੰਚੇ, ਜਦੋਂ 1598 'ਚ ਪਹੁੰਚੇ, ਜਦੋਂ ਕਾਲ ਪਿਆ। ਜਦੋਂ ਪਹਿਲੀ ਵਾਰੀ ਆਏ ਸੀ ਉਦੋਂ ਬਚਪਨ ਦਾ ਸਮਾਂ ਸੀ, ਉਦੋਂ ਗੁਰਗੱਦੀ ਤੇ ਨਹੀਂ ਸੀ ਬੈਠੇ ਹੋਏ, ਉਦੋਂ ਉਹਨਾਂ ਦੀ ਇੱਕ ਤਰ੍ਹਾਂ ਦੀ ਪਰਖ ਹੋ ਰਹੀ ਸੀ। पर जो हुण आए, हुण गुरगद्दी दे उत्ते गुरु नानक दी गद्दी दे उत्ते 5वीं थां ते सन। गुरु नानक दियां सारियां रहमतां उन्हां दे नां ते सन। ते आए अपने नाल सिखां नूं लैके, परिवार नूं लैके, ताकि दुनिया ये ना कहे कि अपने नाल सिखां तो लैके तुर पै काल दे विच, अपने नाल सिखां तो लैके तुर पै महामारी दे विच, प्लेग दे विच, चेचक दे विच, पर अपना परिवार पिछे बचा के रख लिया। सो परिवार नूं नाल लैके गए, माता गंगा जी नाल गए, गुरु हरगोबिंद साहब, बाल हरगोबिंद साहब जी नूं नाल लैके गए। ते गए कित्थे सब तो पहला अपने घर दे उत्ते, जिहड़ा उन्हां दा जद्दी पुश्ती घर सी, जिथे गुरु रामदास जी का जन्म होया सी, जिथे गुरु रामदास का प्रकाश होया सी। उस घर दे विच गए। वो घर वंड विच आके ताया चाचियां दे नाल, जिथे गुरु रामदास का जन्म होया सी, वो वंड विच आके पिता पुरखी तौर पर गुरु अर्जन देव जी उस घर के मालक सन, एक तरह के जद्दी पुश्ती तौर के उत्ते। तो उस घर के जिन्नी थां उन्होंने वंडन दे आउंदी सीगी, उन्नी थां नूं लैके उत्थे गुरुद्वारे की उसारी शुरू कराई महामारी के समय दे विच। अज वर्गियां अज सरकारां अपने तौर पर आदेश दिंदियां ने लोगों को बचाउण दे लई, ये अज के समय का दस्तूर है। पर उदों तो सरकारां भज खड़ियां हुई सन, लाहौर च कोई सरकार रही नहीं सी। ते गुरु अर्जन देव ने जाके लोगों की बांह फड़ी, तो लोगों की बांह फड़न का एक तरीका अख्तियार किया कि जिहड़ा उन्हां दा घर सी उहदी जाके कार सेवा गुरुद्वारा बनाउण दे लई शुरू कर दित्ती। गुरुद्वारा बनाउण लई कार सेवा शुरू की, ते नाल लंगर लगा दिते, ते पूरे लाहौर शहर दे विच ढंढोरा दे दित्ता कि आओ गुरसिखो, आओ गुरु प्यारिओ, आओ मानवता नूं प्यार करने वाले हो, आओ लोग जिन्हां दी कोई बांह नहीं फड़दा, तुसीं पहुंचो। गुरु घर की कार सेवा शुरू हुई है, गुरु घर की उसारी शुरू की है, गुरु रामदास का जन्म स्थान बन रहा है, आओ नाले सेवा करो, ते नाले कोई भुखा ना रहे, लंगर लगे हुए ने, लंगर भी छको। एक गल इत्थे सतगुरु ने जिहड़ी पिरत पाई, घर घर लंगर लैके किसी के पिछे नहीं गए, एक सिद्धांत की गल सी। लंगर लाया गया, गुरुद्वारे जन्म स्थान की कार सेवा नाल उसारी लाई गई, पर लंगर उत्थे ही तैयार किया गया, तो उत्थे आके शक्ल ली गया। हाँ, सतगुरु ने एक आदेश च वाधा जरूर किया। पहला जानी कि गुरु नानक तो लैके लंगर की मर्यादा तो शुरू हो गई सी, पर लंगर जो आवे पंगत च बैठे छके, लंगर किसी को चकवा नहीं सी दिता जाता, क्योंकि जिहदी शरधा नहीं, जिहड़ा पंगत च नहीं बैठदा आके, उन्होंने लंगर दिता भी नहीं जा सकता। जिहड़ा उस मर्यादा विच नहीं आउंदा, जिहड़ा चारे वर्णां नूं एक मन के एक पंगत च बैठना नहीं पसंद करता, उन्होंने लंगर चकवा नहीं दिता जा सकता। ये गुरु नानक तो लैके मर्यादा कायम रही सी गुरु अर्जन देव के इस समय तक, महामारी के समय तक।
ਮਰਿਆਦਾ ਕਾਇਮ ਰੱਖਣ ਦਾ ਮਤਲਬ ਵੀ ਇਹ ਸੀ। ਗੁਰੂ ਅਮਰਦਾਸ ਨੇ ਤਾਂ ਹੁਕਮ ਵੀ ਕਰ ਦਿੱਤਾ ਸੀ ਕਿ ਜੇ ਸੰਗਤ 'ਚ ਕਿਸੇ ਨੇ ਆਉਣਾ, ਗੁਰੂ ਦੇ ਦਰਸ਼ਨ ਕਰਨੇ ਨੇ, ਪਹਿਲਾਂ ਪੰਗਤ 'ਚ ਬੈਠ ਕੇ ਆਵੇ ਤਾਂ ਕਿ ਉਹਦੇ ਮਨ 'ਚੋਂ ਆਪਣੇ ਆਪ ਦੇ ਵਰਨ ਦੇ ਉੱਚੇ ਹੋਣ ਦੀ ਗੱਲ ਨਿਕਲ ਜਾਵੇ ਤੇ ਪੰਗਤ 'ਚ ਬੈਠ ਕੇ ਆਵੇ, ਸਾਰੇ ਬਰਾਬਰ ਹੋ ਕੇ ਆਉਣਗੇ, ਫਿਰ ਗੁਰੂ ਦਾ ਉਪਦੇਸ਼ ਲੈਣ ਜੋਗੇ ਹੋ ਜਾਣਗੇ। ਸੋ ਲੰਗਰ ਕਿਸੇ ਨੂੰ ਚਕਵਾ ਨਹੀਂ ਸੀ ਕਦੇ ਦਿੱਤਾ ਜਾਂਦਾ, ਪਰ ਇਸ ਖਾਸ ਹਾਲਾਤ ਦੇ ਵਿੱਚ ਲੰਗਰ ਦੀ ਮਰਿਆਦਾ ਗੁਰੂ ਅਰਜਨ ਦੇਵ ਨੇ ਕਾਇਮ ਰੱਖੀ ਕਿ ਕਿਸੇ ਨੂੰ ਘਰ ਘਰ ਜਾ ਕੇ ਲੰਗਰ ਨਹੀਂ ਦੇਣਾ ਹੈ, ਕਿਸੇ ਦੇ ਘਰ ਘਰ ਪਹੁੰਚਾਉਣ ਦੀ ਕੋਈ ਮਤਲਬ ਨਹੀਂ। ਜਿਹਨੂੰ ਲੰਗਰ ਪ੍ਰਤੀ ਸ਼ਰਧਾ ਹੀ ਨਹੀਂ, ਜਿਹਨੂੰ ਲੰਗਰ ਪ੍ਰਤੀ ਲੋੜ ਹੀ ਮਹਿਸੂਸ ਨਹੀਂ ਹੁੰਦੀ, ਉਹਦੇ ਜਾ ਕੇ ਦਰਵਾਜ਼ੇ ਕਰ ਕਰਕੇ ਜੇ ਜਾ ਕੇ ਤੁਸੀਂ ਉਹਦੇ ਰਸਤੇ ਰੋ ਰੋ ਕੇ ਤੁਸੀਂ ਉਹਨੂੰ ਲੰਗਰ ਛਕਾਓਗੇ ਤੇ ਲੰਗਰ ਦੀ ਬੇਅਦਬੀ ਹੋਏਗੀ ਇੱਕ ਤਰ੍ਹਾਂ ਦੀ। ਅੱਜ ਅਸੀਂ ਇਹ ਸਭ ਕੁਝ ਕਰਨ ਲੱਗ ਪਏ ਹਾਂ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਹ ਸੌਖੇ ਸਮਿਆਂ ਦੇ ਵਿੱਚ ਗੁਰਦੁਆਰਾ ਜਨਮ ਸਥਾਨ ਦੀ ਉਸਾਰੀ ਲਾਈ ਕਾਰ ਸੇਵਾ ਦੇ ਰਾਹੀਂ, ਲੰਗਰ ਉੱਥੇ ਤਿਆਰ ਕੀਤਾ, ਢੰਡੋਰਾ ਦੇ ਦਿੱਤਾ, ਡੌਂਡੀ ਪਿੱਟ ਦਿੱਤੀ, ਐਲਾਨ ਕਰ ਦਿੱਤਾ ਕਿ ਜਿਹਨੂੰ ਲੰਗਰ, ਜਿਹੜਾ ਬੰਦਾ ਭੁੱਖਾ ਹੈ ਕੋਈ ਭੁੱਖਾ ਨਾ ਸੌਵੇਂ, ਪਰ ਲੰਗਰ ਨੂੰ ਨਹੀਂ ਇੱਥੇ ਆ ਕੇ ਛਕਣਾ ਪਵੇਗਾ। ਕਾਰ ਸੇਵਾ 'ਚ ਹਿੱਸਾ ਵੀ ਲਵੇ ਜੇ ਕੋਈ ਸੇਵਾ ਕਰ ਸਕਦਾ। ਬੱਦੋਗਿਰੀ ਕੋਈ ਨਹੀਂ, ਸੇਵਾ ਕਰਨੀ ਹੈ ਸ਼ਰਧਾ ਦੇ ਨਾਲ, ਪਰ ਲੰਗਰ ਵੀ ਤੁਸੀਂ ਆ ਕੇ ਪਿਆਰ ਨਾਲ ਛਕਣਾ। ਇਹ ਸੇਵਾ ਦੀ ਬੱਦੋਗਿਰੀ ਨਹੀਂ ਹੈ ਕਿ ਜੇ ਸੇਵਾ ਕਰੋਗੇ ਤਾਂ ਹੀ ਲੰਗਰ ਮਿਲੇਗਾ। ਲੰਗਰ ਮਿਲੇਗਾ ਹੀ ਮਿਲੇਗਾ, ਪਰ ਜਿਹਨੇ ਸੇਵਾ ਕਰਨੀ ਹੈ ਸ਼ਰਧਾ ਨਾਲ, ਸੇਵਾ ਵੀ ਕਰ ਸਕਦਾ ਹੈ, ਆਪਣੇ ਹੱਥਾਂ ਦੀ ਕਿਰਤ ਨੂੰ ਸਫਲ ਕਰ ਸਕਦਾ ਹੈ, ਕਿਉਂਕਿ ਕੰਮ ਕਰ ਸਾਰੇ ਬੰਦ ਹੋ ਪੈਣ। ਪਰ ਨਾਲ ਨਾਲ ਸਤਿਗੁਰੂ ਨੇ ਇੱਕ ਮਰਿਆਦਾ ਇਹ ਵੀ ਕਾਇਮ ਕੀਤੀ, ਜਿਹਦਾ ਸਾਡੇ ਇਤਿਹਾਸ ਦੇ ਹਵਾਲਿਆਂ ਵਿੱਚ, ਇਤਿਹਾਸ ਦੇ ਵਿੱਚ ਹਵਾਲੇ ਮਿਲਦੇ ਨੇ ਕਿ ਜਿਹਨੂੰ ਆਪਾਂ ਅੱਜ ਕਹਿੰਦੇ ਹਾਂ ਸੋਸ਼ਲ ਡਿਸਟੈਂਸ, ਇੱਕ ਦੂਜੇ ਤੋਂ ਦੂਰ ਬਿਠਾਉਣ ਲਈ ਗੱਲ ਕਿ ਜੇ ਲੋਕੀ ਆਉਣ ਵੀ ਤੇ ਉਹਨਾਂ ਨੂੰ ਡੱਕ ਕੇ ਪਹਿਲਾਂ ਦੂਰ ਰੱਖਿਆ ਜਾਵੇ, ਫਿਰ ਉਹਨਾਂ ਨੂੰ ਬਿਠਾਇਆ ਜਾਵੇ। ਸੋਸ਼ਲ ਡਿਸਟੈਂਸ ਵਾਲੀ ਗੱਲ ਕਿ ਇੱਕ ਤੋਂ ਲੈ ਕੇ ਦੂਜੇ ਤੱਕ ਬਿਮਾਰੀ ਪ੍ਰਭਾਵਿਤ ਨਾ ਕਰੇ, ਇਹ ਫੈਲੇ ਨਾ। ਇਹਦਾ ਹਵਾਲਾ ਇਤਿਹਾਸ 'ਚ ਮਿਲਦਾ, ਮੈਂ ਉਹਦਾ ਜ਼ਿਕਰ ਵੀ ਕਰਾਂਗਾ ਕਿ ਸਾਡਾ ਕਿੱਥੇ ਬੜਾ ਸਪਸ਼ਟ ਹਵਾਲਾ ਮਿਲਦਾ ਜਾ ਕੇ ਇਸੇ ਲਾਹੌਰ ਦੇ ਇਤਿਹਾਸ ਦੇ ਵਿੱਚ ਹੀ। ਉਹ ਸਤਿਗੁਰੂ ਨੇ ਸਾਰੀ ਇਤਿਹਾਸ ਜਿਹੜੀ ਕਾਇਮ ਰੱਖੀ, ਪਰ ਲੰਗਰ ਆ ਕੇ ਹੀ ਛਕਣਾ ਪਵੇਗਾ। ਔਰ ਨਾਲ ਇੱਥੇ ਇੱਕ ਗੱਲ ਸਤਿਗੁਰੂ ਨੇ ਇਹ ਗੱਲ ਸਿਧਾਂਤ, ਲੰਗਰ ਵਾਲਾ ਸਿਧਾਂਤ ਵੀ ਕਾਇਮ ਰੱਖਿਆ, ਪਰ ਇੱਕ ਗੱਲ ਵਾਧੂ ਕਰ ਦਿੱਤੀ ਕਿ ਜੇ ਤੁਸੀਂ ਲੰਗਰ ਛਕਣ ਆਏ ਹੋ, ਤੁਹਾਡੇ ਘਰ ਦੇ ਵਿੱਚੋਂ ਕੋਈ ਬਿਮਾਰ ਹੈ, ਤੁਹਾਡੇ ਘਰ ਵਿੱਚੋਂ ਕੋਈ ਜ਼ਿਆਦਾ ਬਿਮਾਰ ਹੈ, ਜ਼ਿਆਦਾ ਬਜ਼ੁਰਗ ਹੈ, ਜਿਹੜਾ ਨਹੀਂ ਆ ਸਕਦਾ, ਜਿਹਦੇ ਤੋਂ ਡਰ ਹੈ ਕਿ ਉਹਦੇ ਤੋਂ ਬਿਮਾਰੀ ਦੂਜੇ ਨੂੰ ਫੈਲ ਸਕਦੀ ਹੈ, ਉਹ ਤੰਦਰੁਸਤ ਨਹੀਂ ਹੈ, ਤੇ ਉਹ ਨਾ ਆਵੇ, ਉਹ ਘਰ ਦੇ ਵਿੱਚ ਰਹੇ। ਪਰ ਉਸ ਦੇ ਘਰ ਦਾ ਇੱਕ ਜੀ, ਉਸ ਦੇ ਘਰ ਦਾ ਕੋਈ ਗੁਆਂਢੀ, ਉਸ ਦਾ ਕੋਈ ਹਮਦਰਦ, ਉਸ ਦਾ ਕੋਈ ਰਿਸ਼ਤੇਦਾਰ, ਉਸ ਦਾ ਕੋਈ ਨਜ਼ਦੀਕੀ, ਉਸ ਦਾ ਨੇੜਲਾ ਗੁਰੂ ਘਰ 'ਚ ਆਵੇ, ਆਪ ਲੰਗਰ ਛਕ ਜਾਵੇ। ਜਿੱਥੇ ਗੁਰੂ ਘਰ ਦੀ ਉਸਾਰੀ ਹੋ ਰਹੀ ਆ, ਕਾਰ ਸੇਵਾ ਲੱਗੀ ਹੋਈ ਆ, ਉੱਥੇ ਆ ਕੇ ਲੰਗਰ ਆਪ ਛਕ ਜਾਵੇ, ਉਹਨਾਂ ਲਈ ਲੰਗਰ ਲੈ ਜਾਵੇ। ਇਹ ਪਹਿਲੀ ਵਾਰੀ ਸੀ ਗੁਰ ਇਤਿਹਾਸ ਦੇ ਵਿੱਚ ਹੋਇਆ ਜਦੋਂ ਚੱਕਵਾਂ ਲੰਗਰ ਦਿੱਤਾ ਗਿਆ। ਇਤਿਹਾਸ ਵਾਲੀ ਗੱਲ ਸੀ। ਵੀ ਲੰਗਰ ਦੀ ਮਰਿਆਦਾ ਵੀ ਕਾਇਮ ਰੱਖੀ ਕਿ ਅਸੀਂ ਕਿਸੇ ਦੇ ਘਰ ਜਾ ਲੰਗਰ ਲੈ ਕੇ ਨਹੀਂ ਜਾਣਾ, ਪਰ ਜਿਹੜਾ ਲੋੜਵੰਦ ਹੈ ਉਹ ਆਵੇ, ਆਪ ਛਕੇ ਸ਼ਰਧਾ ਦੇ ਨਾਲ, ਤੇ ਆਪਣੇ ਕਿਸੇ ਰਿਸ਼ਤੇਦਾਰ ਲਈ, ਆਪਣੇ ਕਿਸੇ ਬਜ਼ੁਰਗ ਲਈ, ਆਪਣੇ ਘਰ ਦੇ ਕਿਸੇ ਬਿਮਾਰ ਲਈ, ਆਪਣੇ ਘਰ ਦੇ ਕਿਸੇ ਬੱਚੇ ਲਈ ਜਿਹਦੇ ਤੋਂ ਡਰ ਹੋਵੇ ਕਿ ਸੰਗਤ 'ਚ ਬਿਮਾਰੀ ਫੈਲਦੀ, ਉਹਨੇ ਨਹੀਂ ਆਉਣਾ, ਉਹਦੇ ਲਈ ਤੁਸੀਂ ਲੰਗਰ ਸੰਗਤ ਵਿੱਚੋਂ ਲਿਜਾ ਸਕਦੇ ਹੋ। ਇਹ ਪਹਿਲੀ ਵਾਰੀ ਸਿੱਖ ਇਤਿਹਾਸ ਦੇ ਵਿੱਚ ਹੋਇਆ ਕਿ ਲੰਗਰ ਚਕਵਾਂ ਦਿੱਤਾ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵੇਲੇ ਖੁੱਲੇ ਲੰਗਰ ਲਾਏ ਗਏ ਔਰ ਲੰਗਰ ਚਕਵਾਂ ਵੀ ਦਿੱਤਾ ਗਿਆ। ਉਦੋਂ ਪਹਿਲਾਂ ਇਤਿਹਾਸ ਦੇ ਵਿੱਚ ਕਿਤੇ ਕੋਈ ਹਵਾਲਾ ਨਹੀਂ ਸਾਨੂੰ ਮਿਲਦਾ ਲੰਗਰ ਚਕਵਾਂ ਦੇਣ ਦੀ, ਪਰ ਘਰ ਘਰ ਲੰਗਰ ਪਹੁੰਚਾਉਣ ਦੀ ਗੱਲ, ਰਸਤੇ ਰੋਕ ਕੇ ਲੰਗਰ ਛਕਾਉਣ ਦੀ ਗੱਲ, ਜ਼ੋਰ ਨਾਲ ਲੰਗਰ ਛਕਾਉਣ ਦੀ ਗੱਲ, ਤਾਂ ਕਿ ਉਹ ਨਹੀਂ ਉਦੋਂ ਨਹੀਂ, ਤਾਂ ਕਿ ਲੰਗਰ ਦਾ ਸਤਿਕਾਰ, ਲੰਗਰ ਦਾ ਅਦਬ ਬਣਿਆ ਰਹਿ ਸਕੇ। ਆਵੇ ਬੰਦਾ ਆਪ ਚੱਕ ਕੇ ਵੀ ਆਪ ਲਿਜਾਵੇ, ਕੋਈ ਰਿਸ਼ਤੇਦਾਰ ਲੈ ਜਾਏ, ਕੋਈ ਸੱਜਣ ਲੈ ਜਾਏ, ਕੋਈ ਮਿੱਤਰ ਲੈ ਜਾਵੇ, ਕੋਈ ਘਰ ਦਾ ਜੀ ਲੈ ਜਾਵੇ, ਜਿਹੜਾ ਲੋੜਵੰਦ ਹੈ ਉਹ ਆ ਕੇ ਆਪ ਲੈ ਕੇ ਜਾਵੇ, ਤਾਂ ਕਿ ਉਹਨੂੰ ਪਤਾ ਹੋਵੇ ਕਿ ਉਹ ਲੋੜਵੰਦ ਹੈ। ਨਿਮਰਤਾ ਬਣੀ ਰਹੇ। ਜੇ ਤੁਸੀਂ ਕੋਈ ਲੋੜਵੰਦ ਨਹੀਂ, ਉਹਦੇ ਦਰਵਾਜ਼ੇ ਕਰ ਕਰਕੇ ਉਹਨੂੰ ਲੰਗਰ ਛਕਾਉਣ ਦੀ ਗੱਲ ਕਰੋਗੇ ਤਾਂ ਉਹ ਆਪਣੀਆਂ ਫਰਮਾਇਸ਼ਾਂ ਵੀ ਪਗਾਵੇਗਾ। ਫਿਰ ਮੈਨੂੰ ਆਹ ਨਹੀਂ ਚਾਹੀਦਾ, ਆਹ ਚਾਹੀਦਾ। ਪੰਜਾਬ ਦੀ ਧਰਤੀ 'ਤੇ ਇਹ ਕੁਛ ਹੋਇਆ, ਦਿੱਲੀ ਵਿੱਚ ਵੀ ਇਹ ਕੁਛ ਹੋਇਆ, ਇਹਨਾਂ ਦਿਨਾਂ ਦੇ ਵਿੱਚ ਵੀ ਇਹ ਕੁਛ ਹੋਇਆ ਜਦੋਂ ਅਸੀਂ ਇਹ ਕੁਛ ਲੋਕਾਂ ਦੇ, ਕੁਛ ਮਜ਼ਦੂਰਾਂ ਤੱਕ ਲੰਗਰ ਲੈ ਕੇ ਗਏ। ਪਰ ਸਤਿਗੁਰ ਨੇ ਮਰਿਆਦਾ ਕਾਇਮ ਰੱਖੀ ਕਿ ਇਹੋ ਜਿਹੀ ਨੌਬਤ ਨਾ ਆਵੇ। ਆਵੇ ਘਰ ਦਾ ਕੋਈ ਜੀ, ਆਵੇ ਕੋਈ ਲੋੜਵੰਦ, ਆਵੇ ਕੋਈ ਰਿਸ਼ਤੇਦਾਰ, ਆਵੇ ਕੋਈ ਸੱਜਣ, ਆਵੇ ਕੋਈ ਮਿੱਤਰ, ਆ ਕੇ ਲੈ ਜਾਵੇ।
पर चकवा लंगर पहली बारी दिता गया महामारी के वेले। और एक गल होर की सतगुर ने, एक मर्यादा ये कि चकवा लंगर लोड़वंदां नूं दिता जा सकता है। ये गल गुरु अर्जन देव पातशाह ने इस महामारी के समय जी 1598 फैली सी उहदे वेले ये एक जी पिरत नवीं जी सी शुरू की, ताकि पर लंगर की मर्यादा नूं कायम रखदियां होयां, अदब नूं सत्कार नूं कायम रखदियां होयां, ताकि जिहड़ा लैण आवे उहदे च निमरता भी बनी रहे, लोड़वंद भी होवे तां ही लैण आवेगा वो, और मर्यादा भी कायम रह सके। एक गल सतगुर ने होर की, जदों भी कोई गुरुद्वारे की उसारी हुंदी सी, गुरु नानक साहब के वेले करतारपुर की उसारी की गई। गुरु नानक साहब ने सारा शहर ही आप वसाया, गुरुद्वारा भी वसाया, उत्थे डेरा बाबा नानक भी उन्होंने दिनों के विच उसारी हुई। और उदों बाद खडूर साहब की उसारी हुई, गोइंदवाल के गुरुद्वारे की उसारी हुई, हरमंदर साहब अमृतसर के गुरुद्वारे की उसारी हुई, विवेक सर बनया, संतोख सर बनया, राम सर बनया, कौल सर, ये सारे यानी कि जेडे सी ये सारे गुरुद्वारे बने। पर गुरुद्वारे की कार सेवा करदियां किसे नूं, किसे राज नूं, किसे मजदूर नूं तनख्वाह ते नहीं रखा गया। सिखां ने सारा काम शरधा दे नाल कीता। और अकाल तख्त की सिरजना वेले तां इत्थों तक साडे इतिहास ने कहा कि किसी मजदूर नूं हत्थ भी नहीं लाया। बाबा बुढ़ा जी ते भाई गुरदास जी ने किसी मजदूर ना किसी राज ना हाथ लगायो, बुढ़े ते गुरदास बनायो। साडे कोल इतिहास का हवाला मिलता है कि शरधा दे नाल गुरसिखां ने गुरुद्वारियां की सेवा की। पर यह पहला गुरुद्वारा सी, ये पहला गुरुद्वारा सी गुरु रामदास पातशाह दा जिहड़ा जन्म स्थान वाला गुरुद्वारा बन रहा सी, कि जिथे कार सेवा गुरु अर्जन देव ने आके आप की, परिवार समेत आके बैठे, परिवार सेवा आके गुरुद्वारा बनाने की कार सेवा शुरू की। पर नाल पहली बारी ऐलान किया है कि कार सेवा करने वाला, क्योंकि गुरसिखां ने कार सेवा शरधा दे नाल करनी, लंगर छकण वाले तो बहुत आउंदे ने, छक के चले जाते हैं, लंगर च भी सेवा चल रही है, पर गुरसिख जिहड़े शरधा वाले ने गुरुद्वारे की कार सेवा भी कर रहे हैं। तो सतगुर ने आख्या है कि शरधा वाले लोग ने, ये गैरत वाले लोग ने, ये शरधा वाले लोग ने, ये ना हो कि दुनिया आके लंगर छकी जाए, अपन लोड़ां पूरियां करती रहे, पर जिहड़े कार सेवा करने वाले सिख ने, जिहड़े शरधा वाले सिख ने, ये सेवा करते रहन, इत्थे अपने घर का भी ध्यान ना दे सकन, काम करता कोई रहा नहीं, पर यह अपने घर दी लोड़ां भी ना पूरियां कर सकन, घर की लोड़ ना रहे। तो सतगुर ने पहली बार ऐलान किया कि जिहड़ा गुरसिख लोड़वंद है ना, सारी दिहाड़ी सेवा इत्थे करता है ना, एक टका दिहाड़ी का लैके भी जरूर जाया करे। जे कोई सिखां ने लैन तो कभी हिचक भी महसूस की, तो सतगुर ने ऐलान किया कि सिख ने गुरु के घरों ही लैना हुंदा है, सिख ने गुरु के कोलों लैना हुंदा। सिखो माया भी तुहाडी है, जदों तुहाडे कोल दशवंध दे रूप भी तुसीं दित्ती होई, जदों वाधू सी दित्ती है, तो जदों हुण दशवंध दे रूप भी तुहाडे कोल नहीं है, तो सिखां दे भले लई ही लगनी चाहिदी है, तो सब तो पहलां लगनी भी सिखां दे भले लई चाहिदी है, दुनिया को होर कदे जाण तो पहलां। जिन्हां दी माया है, जिन्हां ने माया दित्ती है, जिन्हां दी माया है एक तरह की, गुरु दे राही फिर दोबारा गुरु की बख्शिश बन के उन्हां कोल आउणी चाहिदी। सतगुर ने इत्थे उस दिन जिहड़े सेवा करते सन ऐलान भी किया, और पहली वारी ये होया कि कार सेवा गुरुद्वारे की उसारी करने वाले नूं एक टका दिहाड़ी दित्ती गई। ये दूजी पिरत सतगुर ने उत्थे पाई। एक मैं गल कही सी, बेशक समा घट मैं पर गल करता जावां, जे गल ना कीती पूरी गल अधूरी रह जाएगी। इत्थे ही लाहौर दे विच ही सतगुर दे जिथे दो गल्लां मिलदियां ने, एक तो गुरुद्वारा जन्म स्थान की उसारी करवाई सतगुर ने, कार सेवकां नूं पैसे दिते। दूजी आम तौर पर जो महामारियां फैलदियां ने, उदों पीण वाले पानी की कमी करके बहुत सारिया महामारियां फैलदियां ने, जो पानी स्वच्छ ना रहे। तो क्योंकि लंबे समय तो मीह नहीं सी पै, पानी थले चले गए सन, पानी पूरे नहीं सन रहा, पानी का रोटी का तकाल है सी, भुख मरी तो है सी, पानी की भी कमी सी। तो सतगुर ने लाहौर के डब्बी बाजार दे विच बौली साहब की उसारी की। लाहौर का डब्बी बाजार, उहदे विच बौली साहब की उसारी सतगुर ने की। गुरुद्वारा जन्म स्थान तो सानूं अज मिलता है, उसकी तो दोबारा इन्हां दिनां दे विच फिर दोबारा कार सेवा हुई है, दोबारा फिर सेवा की गई है। कार सेवा वाले महापुरुषां बाबा जगतार सिंह तरनतारन वाले ने की है। गुरुद्वारे द्वारा बड़ी खूबसूरत इमारत बनी है। पर डब्बी बाजार दे विच सतगुर ने बौली बनाई सी, वो बौली सानूं अज निशानदेहियां तो मिलदियां ने,
पर वो बौली नहीं मिलती, उत्थे कब्जे हो गए ने। तो मैं खास तौर पर कार सेवा वाले महापुरुषों नूं ते जां कार सेवा कमेटियां नूं जिहड़ियां उत्थे काम कर सकदियां, जिन्हां दी उत्थे पहुँच है, उन्हां नूं बेनती करांगा कि बौली जिहड़ी गुरु अर्जन देव ने अपने हत्थीं उसारी सीगी, खास करके लोगों को स्वच्छ पानी देने के लिए महामारी के समय के अंदर उत्थे बौली के नाल नाल गुरुद्वारा भी उसरिया सी। बाद गुरुद्वारा लंबा समा तक 1947 वेले तक कायम रहा। डब्बी बाजार के बौली साहब जिहड़ा गुरु अर्जन देव ने आप उसारिया सीगा, जिथों पानी स्वच्छ पानी का लोड़, पानी की लोड़ लाहौर की पूरी की सी काल के समय के। वो गुरुद्वारा लाहौर नूं जिहड़ी बौली ने उजड़ों बचाया सी, वो बौली जरूर दोबारा गुरुद्वारे के रूप में स्थापित होनी चाहिए है। उत्थे गुरुद्वारा कायम होना चाहिए, क्योंकि गुरु अर्जन देव ने अपने हत्थीं उसारिया सी गुरुद्वारा। गुरुद्वारा नहीं, वो इतिहासक गुरधाम है साडा। सो ये गल जरूर सानू याद रखनी चाहिए है। जिवें मैं जिक्र कर रहा था कि सतगुरु जी ने उस काल के समय, उस भुखमरी के समय, उस महामारी के समय जो प्लेग ते चेचक फैली हुई सी, उदों एक गुरुद्वारा जन्म स्थान की कार सेवा शुरू की। पर पहली बारी कार सेवकां नूं आख्या एक टका दिहाड़ी भी लै सकते हो, पर नाल ही बौली साहब स्वच्छ पानी देने के लिए, पानी की लोड़ पूरा करने के लिए बौली साहब की उसारी भी की। और उत्थे भी कार सेवकां नूं जिहड़े सिख सन सेवा करने वाले, उन्होंने आख्या कि लोड़वंद एक टका दिहाड़ी जरूर लैके जाने। पहली बारी सिख इतिहास के विच होया, पहली बारी गुर इतिहास के विच होया सी। उदों पहला सारियां सेवावां सिख शरधा भावना के नाल ही कराया करते सन। हुण भी शरधा भावना नाल हो रही सी, औखे समय च हो रही सी, पर गुरु सिख दियां लोड़ां नूं समझदा है। ते जे गुरु घर ने सिख दियां लोड़ां नहीं पूरीआं करनियां ते होर किहदियां करनियां ने? सिੱਖੀ दी गल करन वालियां दी, सिੱਖੀ दी उसारी करन वालियां दी, सिੱਖੀ दे प्रचारकां दी, सिੱਖੀ दे रागियां दी, सिੱਖੀ दे ढाडियां दी, सिੱਖੀ दे प्रचारकां दी लोड़ जे गुरु घर ने नहीं पूरी करनी, गुरु क्या संगतां ने नहीं पूरी करनी, तां किन्ने करनी है? सतगुरु आदेश देना चाहुंदे सन। सो एक टका एक दिहाड़ी भी दित्ती गई। लाहौर दे विच पहली बारी महामारी के समय लोड़ां के समय जो प्लेग ते चेचक फैली हुई सी, जो भुखमरी फैली हुई सी, उस समय की एक घटना मैनूं होर याद आउंदी है, क्योंकि यही समा सी जो सतगुरु जी साईं मियाँ मीर नूं लाहौर जाके दूजी बार मिले सन। इसे समय सतगुरु दे जिहड़ा गुरगद्दी ते विराजमान हो चुके सन सतगुरु पहली बार जो आए सन उदों भी साईं मियाँ मीर नूं मिले सन, पर उदों दोस्ती सी। जदों हुण आए गुरु अर्जन देव जी गुरगद्दी ते विराजमान सन, ते जदों गुरु अर्जन देव जी गुरगद्दी ते विराजमान सन, सेवा कर रहे सन, लोगों की हत्थी सेवा कर रहे सन, साईं मियाँ मीर देख रहा सी कि जिथे वड्डे वड्डे अहलकार भज गए ने, वड्डे वड्डे पीर भज गए ने, वड्डे वड्डे औलीए भज गए ने, जिन्हां ने लोगों के सिर ते अपना हलवा मंडा चलाया सी, वो छड्ड के भज गए ने। ते गुरु अर्जन देव जी अमृतसर तो चल के आए ने मनुखता की सेवा करने के लिए। ते साईं मियाँ मीर जी दूजी बारी गुरु अर्जन देव ने इस समय के मिलिया सी, मिलिया, नेड़े होकर देखा तो गुरु अर्जन देव का सिख हो गया। साईं मियाँ मीर गुरु अर्जन देव का सिख हो गया। बस सिक्खी का प्रचार की बनया, वो सिख इतिहास के हवाले मिलते हैं। बेशक असीं गल बहुत घट करते हैं, गल असीं दब जाते हैं। साईं मियाँ मीर गुरु अर्जन देव का सिख बनया 1598 ईस्वी। दूजी बारी लाहौर च मिले सी, पहला अमृतसर बचपन के मिले सी गुरु अर्जन देव पातशाह नूं। अमृतसर जाता रहा, गुरु अर्जन देव तो बहुत प्रभाव सी, गुरु घर तो बहुत प्रभाव सी, पर जो लाहौर जाके सतगुरु जी का सेवा करते देखा तो फिर गुरु घर का ऐसा मरीद बनया, गुरु अर्जन देव का सिख बन गया साईं मियाँ मीर। ये 1598 ईस्वी का वाकया। एक वाकया हो रहा इस समय का जोड़ा कहना मैं इस महामारी ने जोड़ के कहना बड़ा जरूरी समझदा कि गुरु घर के बहुत श्रद्धालु सिख लाहौर विच बैठे सन, जिन्हां दा जिक्र भाई गुरदास जी ने अपनियां वारां दे विच कीता है। 11वीं वार दी 25 पौड़ी विच भाई गुरदास जी ने खास तौर दे विच लाहौर दे उन्हां सिखां दा जिक्र कीता है जिन्हां नूं उन्हें सनमुख सिख आख्या। जिहड़े गुरु घर सनमुख सिख जिहड़े गुरु घर दे बहुत नज़दीकी सिख सन, जिन्हां दे पीढ़ियां पीढ़ियां गुरु घर नाल जुड़ियां होईयां सन। उन्हां ने सब तो पहलां तां ताया संहारी का जिक्र किया, जिहड़े गुरु अर्जन देव दे ताया सन। पहला बेशक नहीं सन जुड़े हुए, पर जो गुरु रामदास पातशाह गुरगद्दी ते बैठ गया, गुरु रामदास पातशाह की महिमा फैली तो फिर गुरु घर नाल जुड़ गया। तो गुरु अर्जन नूं भी अपने भतीजे नूं भी मिले तो सिख बन के मिले। संहारी सोढी भी उन्होंने आख्या गया है, पर ताया भी आख्या गया। तो भाई गुरदास जी ने उन्होंने ताया का जिक्र किया। तो मैं वो पौड़ी बेशक जी 11वीं वार की 25 नंबर पौड़ी है आप सब नाल सांझी कर लेना। सनमुख सिख लाहौर विच सोढी आयन ताया संहारी, साईं दिता झंजिया, सैदो जट्टू शब्द विचारी, बुद्धू महता जानिए कुल कमिहार,
ਭਗਤ ਨਿਰੰਕਾਰੀ, ਲੱਖੂ ਵਿੱਚ ਬਟੋਲੀਆ, ਭਾਈ ਲੱਧਾ ਪਰਉਪਕਾਰੀ, ਕਾਲੂ ਨਾਨੋ ਰਾਜਦੋਏ, ਹਾੜੀ ਕੋਲੀਆਂ ਵਿੱਚ ਭਾਰੀ, ਸੁਦੀ ਕਲਿਆਣਾ ਸੂਰਮਾ, ਭਾਨੂ ਭਗਤ ਸ਼ਬਦ ਵਿਚਾਰੀ, ਮੂਲਾ ਬੇਰੀ ਜਾਣੀਏ, ਤੀਰਥ ਅਤੇ ਮਕੰਦ ਅਪਾਰੀ, ਕੌਕ ਸ਼ਦਾਮੋ ਜੰਗੀਆ, ਸੇਠ ਮਗੀਨੇ ਨੌ ਬਲੇ ਹਾਰੀ, ਸਨਮੁਖ ਸੁਨਿਆਰਾ ਭਲਾ, ਨਾਉ ਨਿਹਾਲ ਸਭ ਪਰਵਾਰੀ, ਗੁਰਮੁਖ ਸੁਖਫਲ ਕਰਨੀ ਸਾਰੀ, ਗੁਰਮੁਖ ਸੁਖਫਲ ਕਰਨੀ ਸਾਰੀ। ਇਹ ਕੱਲੇ ਕੱਲੇ ਸਿੱਖ ਦਾ ਜ਼ਿਕਰ ਬਾਅਦ ਵਿੱਚ ਭਾਈ ਮਨੀ ਸਿੰਘ ਨੇ ਸਿੱਖਾਂ ਦੀ ਭਗਤਮਾਲਾ 'ਚ ਕੀਤਾ, ਭਗਤ ਰਤਨਾਵਲੀ 'ਚ ਕੀਤਾ, ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਨੇ ਆਪਣੀ ਵਾਰ 'ਚ ਕੀਤਾ। ਕੱਲੇ ਕੱਲੇ ਦੀ ਇੱਕ ਇੱਕ ਦੋ ਦੋ ਸਾਖੀਆਂ ਸਿੱਖਾਂ ਦੀ ਭਗਤਮਾਲਾ 'ਚ ਮਿਲਦੀਆਂ ਨੇ, ਪਰ ਅੱਜ ਆਪਾਂ ਸਿਰਫ ਦੋ ਸਿੱਖਾਂ ਦੇ 'ਚ ਜ਼ਿਕਰ ਕਰਨਾ ਹੈ ਮਹਾਮਾਰੀ ਨਾਲ ਜੋੜ ਕੇ। ਇੱਕ ਭਾਈ ਬੁੱਧੂ ਮਹਿਤਾ, ਕੁਲਕ ਮਹਾਰ, ਭਗਤ ਨਿਰੰਕਾਰੀ ਤੀਜੀ ਪੰਕਤੀ 'ਚ ਉਹਨਾਂ ਦਾ ਜ਼ਿਕਰ, ਤੇ ਦੂਜਾ ਲੱਖੂ ਵਿੱਚ ਬਟੋਲੀਆ, ਭਾਈ ਲੱਧਾ ਪਰਉਪਕਾਰੀ ਲੱਖੂ ਬਟੋਲੀਆ ਦਾ ਜ਼ਿਕਰ ਆਪਾਂ ਕਰਨਾ ਹੈ। ਦੋਵਾਂ ਦਾ ਜ਼ਿਕਰ ਕਰਨਾ ਹੈ, ਜਿਹਦਾ ਕੋ ਮੇਰੇ ਕੋਲ ਸਮਾਂ ਮੈਂ ਉਹਦੇ 'ਚ ਗੱਲ ਕਰ ਜਾਣੀ ਹੈ। ਇਹ ਭਾਈ ਬੁੱਧੂ ਜੀ, ਜਿਹਨੂੰ ਭਾਈ ਬੁੱਧੂ ਮਹਿਤਾ ਆਖਿਆ ਗਿਆ ਹੈ, ਕੁਲ ਕੁਮਿਹਾਰ, ਭਗਤ ਨਿਰੰਕਾਰੀ ਕਿ ਕੁਮਿਹਾਰ ਕੁਲ ਦਾ ਭਾਈ ਬੁੱਧੂ ਪ੍ਰਜਾਪਤੀ ਐਡੀ ਭਗਤੀ ਵਾਲਾ ਹੋਇਆ ਕਿ ਨਿਰੰਕਾਰ ਦੇ ਨਾਲ ਉਹਦੀ ਲਿਵ ਜੁੜੀ ਹੋਈ ਸੀ। ਇਹ ਭਾਈ ਗੁਰਦਾਸ ਨੇ ਜ਼ਿਕਰ ਕੀਤਾ। ਇਹਦੀ ਕੁੱਲ ਜਿਹੜੀ, ਇਹਦਾ ਜਿਹੜਾ ਪਿਤਾ ਸੀ ਭਾਈ ਸਦਾਨੰਦ ਜੀ, ਗੁਰੂ ਅਮਰਦਾਸ ਦੇ ਵੇਲੇ ਆ ਕੇ ਗੋਇੰਦਵਾਲ ਰਿਹਾ ਸੀ। ਗੋਇੰਦਵਾਲ ਦੀ ਜਦੋਂ ਬੌਲੀ ਦੀ ਉਸਾਰੀ ਕੀਤੀ ਗਈ ਸੀ, ਉਦੋਂ ਜਿਹੜੀਆਂ ਬੌਲੀ ਦੀਆਂ ਨਿੱਕੀਆਂ ਇੱਟਾਂ ਨੇ, ਨਾਨਕਸ਼ਾਹੀ ਇੱਟਾਂ ਜਿਹਨੂੰ ਆਪਾਂ ਕਹਿੰਦੇ, ਇਹਨਾਂ ਦੇ ਭੱਠੇ ਤਪਾਉਣ ਦਾ ਕੰਮ ਭਾਈ ਸਦਾ ਜੀ ਨੇ ਕੀਤਾ ਸੀ। ਇਸ ਭਾਈ ਸਦਾ ਦਾ ਪੁੱਤਰ ਸੀ ਭਾਈ ਬੁੱਧੂ ਜੀ। ਭਾਈ ਬੁੱਧੂ ਦਾ ਛੋਟਾ ਭਰਾ ਸੀ ਭਾਈ ਸਿੱਧੂ ਜੀ। ਔਰ ਬਾਅਦ ਵਿੱਚ ਜਦੋਂ ਗੋਇੰਦਵਾਲ ਤੋਂ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਚਲ ਗਿਆ, ਭਾਈ ਸਦਾਨੰਦ ਜੀ ਲਾਹੌਰ ਦੇ ਵਿੱਚ ਉਹਨਾਂ ਦਾ ਬਿਜ਼ਨਸ, ਜਿੱਦਾਂ ਦੇ ਭੱਠੇ ਉਹ ਕੰਮ ਕਰਦੇ ਸਨ, ਜਿੱਦਾਂ ਇੱਟਾਂ ਤੋਂ ਪਾ ਸਕਦੇ ਸਨ, ਜਿੱਦਾਂ ਦੇ ਭਾਂਡੇ ਉਹ ਬਣਾ ਸਕਦੇ ਸਨ, ਉਹਦੀ ਲਾਹੌਰ ਰਾਜਧਾਨੀ ਹੋਰ ਕਰਕੇ ਮੰਗ ਜ਼ਿਆਦਾ ਸੀ। ਉਹ ਲਾਹੌਰ ਵਿੱਚ ਆ ਕੇ ਉਹਨਾਂ ਨੇ ਭੱਠੇ ਬਣਾ ਦਿੱਤੇ ਔਰ ਰਾਜ ਦਾ ਕੰਮ ਵੀ ਕੀਤਾ ਇਹਨਾਂ ਨੇ। ਜਦੋਂ ਗੁਰਦੁਆਰਾ ਜਨਮ ਸਥਾਨ ਦੀ ਸੇਵਾ ਲੱਗੀ, ਕਾਰੀਗਰ ਸਤਿਗੁਰੂ ਜਦੋਂ ਲੈ ਕੇ ਗਏ ਇਹ ਅੰਮ੍ਰਿਤਸਰ ਤੋਂ, ਪਰ ਇੱਟਾਂ ਤਾਂ ਲਾਹੌਰ 'ਚੋਂ ਲੈਣੀਆਂ ਸਨ। ਭਾਈ ਬੁੱਧੂ ਦੇ, ਭਾਈ ਸਿੱਧੂ ਦੇ, ਭਾਈ ਸਦਾ ਜੀ ਦੇ ਭੱਠੇ ਦੀਆਂ ਇੱਟਾਂ ਜਿਹੜੀਆਂ ਗੁਰਦੁਆਰਾ ਜਨਮ ਸਥਾਨ ਲਈ ਵਰਤੀਆਂ ਗਈਆਂ। ਜਦੋਂ ਬੌਲੀ ਦੀ ਉਸਾਰੀ ਕੀਤੀ ਗਈ ਡੱਬੀ ਬਾਜ਼ਾਰ ਲਾਹੌਰ ਦੇ ਵਿੱਚ, ਉੱਥੇ ਵੀ ਇਹਨਾਂ ਦੀ ਇੱਟਾਂ ਵਰਤੀਆਂ ਗਈਆਂ। ਉੱਥੇ ਜਾ ਕੇ ਗੁਰਸਿੱਖਾਂ ਨੇ ਸੇਵਾ ਦੇ ਤੌਰ 'ਤੇ ਵੀ ਕੰਮ ਕੀਤਾ ਇੱਟਾਂ ਤੋਂ ਪਾਉਣ ਦੇ ਲਈ, ਪਰ ਭੱਠੇ ਭਾਈ ਬੁੱਧੂ ਦੇ ਹੀ ਵਰਤੇ ਗਏ। ਨਾਮਵਰ ਸਿੱਖ ਸੀ, ਗੁਰੂ ਘਰ ਦਾ ਨਜ਼ਦੀਕੀ ਸਿੱਖ ਸੀ ਔਰ ਗੁਰੂ ਅਰਜਨ ਦੇਵ ਦਾ ਬਚਪਨ ਤੋਂ ਲੈ ਕੇ ਨੇੜਤਾ ਸੀ। ਗੋਇੰਦਵਾਲ ਦਾ ਜਨਮੀ ਗੁਰੂ ਅਰਜਨ ਦੇਵ ਜੀ ਦਾ, ਤੇ ਗੋਇੰਦਵਾਲ ਦਾ ਜਨਮੀ ਭਾਈ ਬੁੱਧੂ ਜੀ ਦਾ ਤੇ ਭਾਈ ਸਿੱਧੂ ਜੀ ਦਾ, ਕਿਉਂਕਿ ਸਦਾਨੰਦ ਉੱਥੇ ਰਹਿ ਕੇ ਸੇਵਾ ਕਰਿਆ ਕਰਦੇ ਸਨ। ਭਾਈ ਸਦਾਨੰਦ ਦੀ ਤੇ ਗੁਰੂ ਰਾਮਦਾਸ ਦੀ ਇੱਕ ਸਿੱਖ ਦੇ ਤੌਰ 'ਤੇ ਵੀ ਸਾਂਝ ਸੀ, ਤੇ ਗੁਰੂ ਦੇ ਸਿੱਖ ਦੇ ਤੌਰ 'ਤੇ ਵੀ ਬਾਅਦ 'ਚ ਸਾਂਝ ਬਣੀ। ਔਰ ਇਹ ਇਸ ਪਰਿਵਾਰ ਦੀ ਸਾਂਝ ਜਿਹੜੀ ਸੀ, ਭਾਈ ਸਦਾਨੰਦ ਔਰ ਭਾਈ ਬੁੱਧੂ ਜੀ ਇਹੋ ਜਿਹਾ ਗੁਰਸਿੱਖ ਸਨ ਜਿਨ੍ਹਾਂ ਨੇ ਗੁਰੂ ਅਮਰਦਾਸ ਦੇ ਦਰਸ਼ਨ ਵੀ ਕੀਤੇ, ਗੁਰੂ ਰਾਮਦਾਸ ਦੇ ਦਰਸ਼ਨ ਵੀ ਕੀਤੇ, ਗੁਰੂ ਅਰਜਨ ਦੇਵ ਦੇ ਦਰਸ਼ਨ ਵੀ ਕੀਤੇ ਔਰ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਵੀ ਕੀਤੇ। ਚਾਰ ਚਾਰ ਗੁਰੂ ਕੀ ਪੀੜ੍ਹੀਆਂ ਦੇ ਦਰਸ਼ਨ ਕੀਤੇ ਇਹਨਾਂ ਨੇ। ਇਹ ਭਾਈ ਬੁੱਧੂ ਜੀ ਜਦੋਂ ਲੰਗਰ ਚੱਲ ਰਹੇ ਨੇ ਜਨਮ ਸਥਾਨ ਵਾਲੀ ਥਾਂ ਦੇ ਉੱਤੇ, ਜਿੱਥੇ ਸੇਵਾ ਚੱਲ ਰਹੀ ਹੈ, ਦੂਜੇ ਬੰਨੇ ਜਿੱਥੇ ਸੇਵਾ ਚੱਲ ਰਹੀ, ਕਾਰ ਸੇਵਾ ਦੀ ਇਹ ਆਪਣੀ ਮਰਿਆਦਾ ਹੈ। ਜਦੋਂ ਡੱਬੀ ਬਾਜ਼ਾਰ ਦੇ ਵਿੱਚ ਕਾਰ ਸੇਵਾ ਚੱਲ ਰਹੀ ਹੈ ਬੌਲੀ ਸਾਹਿਬ ਦੀ, ਉੱਥੇ ਵੀ ਲੰਗਰ ਚੱਲ ਰਿਹਾ। ਪਰ ਗੁਰੂ ਅਰਜਨ ਦੇਵ ਜੀ ਨੇ ਮਹਿਸੂਸ ਕੀਤਾ ਕਿ ਅੰਦਰੂਨ ਸ਼ਹਿਰ ਦੇ ਵਿੱਚ ਨੇ, ਅੰਦਰੂਨ ਸ਼ਹਿਰ ਵਾਲੇ ਲੋਕ ਤਾਂ ਇੱਥੇ ਲੰਗਰ ਛਕਣ ਆ ਸਕਦੇ ਨੇ, ਲੰਗਰ ਕਿਉਂ ਘਰੋਂ ਕਦੀ ਨਹੀਂ ਪਹੁੰਚਾਇਆ ਜਾਣਾ, ਲੰਗਰ ਛਕਣ ਹੀ ਆਉਣਾ ਪੈਣਾ, ਮਰਿਆਦਾ ਹੈ। ਆ ਕੇ ਤੁਸੀਂ ਆਪਣੇ ਘਰ ਦੇ ਕਿਸੇ ਲੋੜਵੰਦ ਦੀ ਲੰਗਰ ਲਿਜਾ ਸਕਦੇ ਹੋ, ਇਹ ਗੱਲ ਵੱਖਰੀ ਸਤਿਗੁਰ ਨੇ ਖੁੱਲ੍ਹ ਦਿੱਤੀ ਹੋਈ ਹੈ, ਪਰ ਤੁਹਾਨੂੰ ਆ ਕੇ ਹੀ ਲਿਜਾਣਾ ਪਵੇਗਾ, ਆ ਕੇ ਹੀ ਛਕਣਾ ਪਵੇਗਾ। ਇਹ ਸਤਿਗੁਰ ਨੇ ਇੱਕ ਮਰਿਆਦਾ ਕਾਇਮ ਰੱਖੀ ਹੋਈ ਹੈ। ਤੇ ਸਤਿਗੁਰ ਨੇ ਖਾਸ ਤੌਰ 'ਤੇ ਭਾਈ ਬੁੱਧੂ ਜੀ ਨੂੰ, ਕਿਉਂਕਿ ਪੁੱਜਦਾ ਸਿੱਖ ਸੀ, ਸਰਦਾ ਪੁੱਜਦਾ ਸਿੱਖ ਸੀ, ਸਰਮਾਏਦਾਰ ਸਿੱਖ ਸੀ, ਭੱਠਿਆਂ ਵਾਲਾ ਸਿੱਖ ਸੀ, ਉਹਦੀਆਂ ਇੱਟਾਂ ਗੁਰੂ ਘਰ 'ਚ ਵਰਤੀਆਂ ਜਾ ਰਹੀਆਂ ਸਨ, ਉਹਦੀ ਵੀ ਸ਼ਰਧਾ ਸੀ ਉਹਦੇ ਘਰ ਦੇ ਵਿੱਚ ਲੰਗਰ ਲੱਗੇ। ਤੇ ਸਤਿਗੁਰ ਨੇ ਆਖਿਆ ਭਾਈ ਬੁੱਧੂ ਤੇਰੀ ਹਵੇਲੀ ਖੁੱਲ੍ਹੀ ਆ, ਔਰ ਉੱਥੇ ਜਿਹੜੀ ਅਸੀਂ ਮਰਿਆਦਾ ਰੱਖੀ ਹੈ ਲੰਗਰ ਦੀ ਇਹਨਾਂ ਦਿਨਾਂ 'ਚ ਮਹਾਮਾਰੀ ਦੇ ਸਮਿਆਂ ਦੇ ਵਿੱਚ ਕਿ ਲੰਗਰ ਛਕਣਾ ਹੈ, ਇੱਕ ਸੋਸ਼ਲ ਡਿਸਟੈਂਸ ਵਾਲੀ ਗੱਲ ਰੱਖਣੀ ਹੈ, 2 ਗਜ ਦੀ ਦੂਰੀ ਉੱਤੇ ਵੀ ਰਹਿਣਾ ਹੈ, ਇਹ ਦੂਰੀ ਵੀ ਕਾਇਮ ਰੱਖਣੀ ਹੈ। ਤੇ ਤੇਰੀ ਉਸ ਵੱਡੀ ਹਵੇਲੀ ਦੇ ਵਿੱਚ ਲੰਗਰ ਲੱਗ ਸਕਦਾ, ਜਿੱਦਾਂ ਜਨਮ ਸਥਾਨ ਦੇ ਵਿੱਚ ਅਸੀਂ ਲਾਇਆ, ਇੱਦਾਂ ਮਰਿਆਦਾ ਕਾਇਮ ਰੱਖ ਕੇ ਲੰਗਰ ਲੱਗ ਸਕਦਾ ਹੈ। ਉਨੇ ਕੁ ਲੋਕੀ ਹਵੇਲੀ 'ਚ ਦਾਖਲ ਹੋਣ ਜਿੰਨੇ ਕੁ ਹੋ ਸਕਦੇ ਨੇ, ਤੇ ਉਹ ਵੱਡੀ ਹਵੇਲੀ ਦੇ ਵਿੱਚ 150 200 400 ਬੰਦਾ ਇਕੱਠਾ ਹੋਵੇ, ਦਾਖਲ ਹੋਵੇ, ਉਹ ਲੰਗਰ ਛਕ ਲਵੇ। ਬਾਅਦ 'ਚ ਲੋਕੀ ਬਾਹਰ ਰਹਿਣ, ਆਪਣੇ ਦੂਰ ਦੂਰ ਰਹਿਣ, ਥੋੜ੍ਹੇ ਥੋੜ੍ਹੇ, ਇੱਕ ਦੂਜੇ ਤੋਂ ਬਿਮਾਰੀ ਨਾ ਫੈਲਾਉਣ, ਤੇ ਜਿਹਨੂੰ ਲੋੜ ਹੋਵੇ ਲੰਗਰ ਚੱਕ ਕੇ ਵੀ ਲੈ ਜਾਵੇ ਉੱਥੋਂ, ਤੇ ਉੱਥੇ ਹਵੇਲੀ ਦੇ ਵਿੱਚ ਲੰਗਰ ਲਾਓ। ਭਾਈ ਬੁੱਧੂ ਦੀ, ਭਾਈ ਸਿੱਧੂ ਦੀ ਸ਼ਰਧਾ ਵੀ ਸੀ ਇਹ।
सो उन्होंने अपनी हवेली दे विच लंगर भी शुरू कर दिता। और सतगुरु ने जिथे डोंडी पटवाई कि गुरुद्वारा जन्म स्थान जिथे बन रहा है कार सेवा, उत्थे भी लंगर चल रहा है। गुरुद्वारा डब्बी बाजार जिथे बौली साहब की उसारी हो रही है, उत्थे भी लंगर चल रहा है, उत्थे कार सेवा भी की जा सकती है। लोड़वंद कार सेवा करके एक टका दिहाड़ी भी लै सकता है। तो इदां ही इहो जिहा एक लंगर लाहौर शहर के बार-बार मुजंग के इलाके जिन्होंने अंदरून शहर उन्होंने बार-बार होंदा सी, अज बेशक लाहौर दे विच आ चुका। मैं आओ थावां दे आप दर्शन करके आया कि लाहौर शहर के बार-बार उन्होंने दिनां मुजंग के एरिए दे विच जिथे भाई बुद्धू जी की हवेली है, भाई सुद्धू जी की, भाई बुद्धू जी की, भाई सरदार जी की हवेली है, जिथे उत्थे भी एक लंगर लाया जाना है। डोंडी पट दी गई और लाहौर शहर तो बार-बार लंगर लगना सी। लोकी अंदरून शहर दे विच आम तौर पर बीमारियां ज़्यादा फैलदियां ने, बार-बार सी लोगों ने, बार-बार वाले लोगों ने भी इस लंगर दे विच आउणा शुरू किया। कुछ लोग उत्थे जाण के उत्थे जाके भी ज़्यादा खुश सन, सो हवेली दे विच लंगर ला दिता गया। पर अज वो गल बेशक इतिहास नूं पढ़दे पहला समझ नहीं सी आउंदी, पर अज जदों आपां महामारियां चों गुजरे आपां सारिआं नूं इह गल समझ आवेगी कि लोड़ जोगी संगत जिन्नी उस हवेली च बैठ जाती है, बैठ सकती है, 2-2 गज की दूरी रख के जिथे उन्हें लंगर छकाया जाता है, उन्नी थां दे विच उन्नी एहतियात दे नाल एक दूजे तो दूर रख के लंगर छकाउण दे लई दरवाजा गेट हवेली का बंद कर दिता जाता है। जदों संगत लंगर छक लैंदी है, अपनी अरदास मर्यादा मुताबक कर लैंदी है, उदों बाद उस संगत नूं दूजे बन्नों कर दिता जाता है। जिहड़ी संगत उत्थे आके बाहर गेट के नेड़े आ चुकी है, उन्हां नूं उन्नी दूरी दे रख के फिर अंदर वाड़ लिया जाता है। ये मर्यादा जिहड़ी सतगुर ने दसी सी, जिहड़ी जन्म स्थान ते कायम कीती सी ये। और इस मर्यादा की गल शायद आपां नूं समझ ना आउंदी जे कदी इहदी एक साखी जुड़ी ना हुंदी। लंगर चकवा भी दिता जाता सी, इहदी भी गल, इहदी भी साखी दे विच इसे साखी दे विच पुष्टि हो जानी है। लंगर अंदर चल रहा है, गेट बंद है, भाई बुद्धू जी अंदर हवेली दे गुरु अर्जन देव पातशाह कोल बैठे लंगर की तैयारी भी करवा रहे हैं, देख रहे हैं। उत्थे 2.5 साल की उम्र के, पौने 3 साल की उम्र के गुरु हरगोबिंद साहब पातशाह बैठे ने, माता गंगा जी बैठे ने, भाई बुद्धू जी अंदर ने, भाई सुद्धू जी नाल संगतां की सेवा करवा रहे हैं। तो गेट के उत्ते कुछ पहरेदारां की ड्यूटी लगी हुई है कि तुसीं किसी नूं इन्ने बंदियां तो बाद अंदर दाखल नहीं होंदा, भावें जो मर्जी हो जाए। बड़ा सख्त हुक्म है ताकि एक दूजे के इन्ने नेड़े ना आ सकीए। तो जदों सारे बंदे अंदर दाखिल हो गए, लंगर वताया जान लगा, जे गेट बंद ही होया है तो भाई लखू पटोलिया जी, इतिहास के विच उहदा नाम सानूं लखू पटोलिया भी आख्या गया है, तो उन्होंने साडे इतिहास ने भाई कमालिया भी आख्या है। दोनों नावां के तौर पर प्रचलित साखी ये जिहड़ी मैं तुहाडे नाल सांझी कर लगा। भाई लखू पटोलिया जी पहुँच गया उत्थे, और भाई लखू पटोलिया गुरसिख सन। आख्या जाता इतिहास के विच जिक्र आउंदा है कि जपजी दे 25 पाठ करके ही लंगर छकिया करते सन। इन्नी वड्डी साधना सी उन्हां दी। मैं गिनतियां मिनतियां जी नहीं पैना चाहुंदा, मैनूं किसी मर्यादा जी नहीं बनना चाहुंदा। सतगुरु ने जपजी का पाठ करने की विचारन की गल की है, पर सिख की अपनी शरधा है, जिन्नी बाणी पढ़ लवे उन्नी थोड़ी, जिन्नी विचार लिया उन्नी थोड़ी, जिन्ना जुड़ जाए उन्ना थोड़ा, जिन्नी शरधा रख लिया उन्नी थोड़ी। एडा शरधावान सिख सी। सो जपजी का पाठी तपस्वी बिरती इहो जी, रंग हथ से रंग रोवे चुप भी कर जाए, कि कदी तो पटोलियां पा लैंदा है, लीरां दे कपड़े पा लैंदा है, तदे भाई लखू पटोलिया कहते है लखां दा, पर पटोलियां पा लैंदा। लखू पटोलिया ना इहदा पै गया, लखू विच पटोलिया। वो लखू, वो लखां वाला बंदा, हीरे वर्गा बंदा पटोलियां दे विच तुरिया फिरदा है। भाई गुरदास ने इदां जिक्र किया, लखू विच पटोलिया। भाई लद्दा परोपकारी जो सिखां दे जिक्र किया है भाई गुरदास ने इस वार च, जिहदे मैं पहले जिक्र किया है। सो लखू विच पटोलिया, पटोलिया च रहण वाला, लीरां विच रहण वाला, पर कदी बहुत शानदार कपड़े भी पा लैंदा, कमाल कर दिंदा है। तो उहदी कमाल दे ये जिहड़ी देख के रंग हथ से रंग रोवे चुप भी कर जाए, उहदी बेपरवाही देख के उन्होंने गुरसिख कहते हैं कई बार बड़ा कमालिया है, बड़ा कमाल का सिख है, कमालिया उहदे नाल जुड़िया है। सो साडे इतिहासकारां ने, साडे साखीकारां ने दोवां नावां नाल संबोधन किया है, लखू पटोलिया भी ते भाई कमालिया भी। ये भाई कमालिया भाई लखू पटोलिया पहुँच गया दरवाजे के उत्ते, गेट बंद हो गया है, लंगर अंदर वरताया जान लग पाया है। तो इन्हें आख्या कि मैनू भी अंदर वाड़ लो भाई, आया मैं काली काली, मेरे पाठ पूरे हो गए, मैं भी एक फुलका लैना तो बस छकना तुर जाना। पर पहरेदारां ने ना कर दी, नहीं बड़ा सख्त हुक्म है, तेनू गेट के अंदर नहीं वड़ाया जा सकता। तो इन्हें आख्या चलो कोई गल नहीं, हुक्म है वह भी मनो,
पर मैं गेट ते खड़ा आ गया, पिछे होर संगत आ रही है, डिस्टेंस भी कायम रखने वाली गल है सारी, एक दूजे के नेड़े भी नहीं लगना, बचाव भी करना है। तुसीं इदां करो, मैनूं गेट ते खड़े खड़े नूं एक प्रशादे दे उत्ते थोड़ी दाल पा के दे दिओ, मैं छकदा छकदा तुर जाना, क्योंकि चकवे प्रशादे की गल हो चुकी सी। सतगुरु हुक्म कर सके जिन्होंने लोड़ है कि चक के लिया सकता है, पर सेवादार इत्थे भी अड़ गया है। नहीं नहीं, गेट के बाहर नहीं दिता जा सकता, अंदर आएगा आप शक्ल, जे ले जाना होया फिर लै भी जाए। भाई लखू ने एक बारी आख्या, दो बारी आख्या, तीन बारी आख्या, खड़ा रहा उत्थे। सेवादार ने गल नहीं सुनी, पहरेदार ने गल नहीं सुनी, वो हुक्म मन रहे ने कि सोशल डिस्टेंस भी कायम रखना, तेन अंदर नहीं वड़ देना, तेन इतने प्रशादा भी नहीं देना, जब अंदर आएगा आप छक लेगा फिर लैके चल जी, पंगत आके बैठ के लैके जाई, अद भी लंगर का कायम रखना है। शायद पहरेदार भी अपनी थां ते ठीक होना, पर लखू पटोलिया भी शायद अपनी थां ते ठीक सी कि भुख होण लगी है। जदों अंदर पंगत ने लंगर छक लिया, अरदास हुई, आवाज़ा दिता, भाई बुद्धू तू इन्नी सेवा की है संगतां दी, भाई बुद्धू तेरा आवा पक्का, तेरे आवे हमेशा पक्के निकलना, इट्टां पक्कियां निकलन के कोई रोजगार है। तो जो अंदरों संगत ने अरदास करके आखना, भाई बुद्धू तेरा आवा पक्का, तेरी बिरती भी पक्की, तू सिख भी पक्का, तेरे आवे भी पक्के, तेरियां सरदारियां कायम रहन, तेरियां सरमाएदारियां भी कायम रहन, भाई बुद्धू दा आवा पक्का, तेरे आवे तेरे पट्ठे पक्के निकलिया करन, इट्टां पक्कियां निकलिया करन। जिहड़ा कारोबार है उही अरदास करनी है। तो जो आखना भाई बुद्धू दा आवा पक्का, तो बाहर लखू पटोलिया खड़ा है, एक मालिया सिख खड़ा है, आखन लगा नहीं सिख नूं भुखा रखिया, बुद्धू तेरा आवा कच्चा। इन्ना आख्या तो लंगर छकन तो बिना तुर गया। शाम तक के गल ये चल गया लखू पटोलिया, भाई कमालिया चल गया, पंगत एक घटी दूजी लग गई, सेवादार अपने थां ते मस्त है, पर पहरेदार की जी गेट ते गल हुई है, जिहड़े पछाणदे ने भाई लखू पटोलिया नूं, जिहड़े पछाणदे ने भाई कमालिया नूं, उन्हें कहना शुरू किया नहीं गल माड़ी हुई है, भाई कमालिया इहो जिहा कमाल दा सिख है, इहो जी बिरती वाला सिख है, इहदी जबान दे उत्ते कल्ला जपजी नहीं वसदा, इहदी जबान दे विच गुरु नानक दी सत्या वसदी है। और सच करके जाने सिखो, जिहदी जबान ते जपजी वसदा है ना, ਉਹਦੀ ਜ਼ਬਾਨ ਦੇ ਉੱਤੇ ਫਿਰ ਗੁਰੂ ਨਾਨਕ ਦੀ ਸੱਤਿਆ ਵਸਦੀ ਹੈ, ਉਹਦੇ ਸ਼ਬਦ ਸੱਤ ਹੋ ਜਾਂਦੇ ਨੇ, ਉਹਦੇ ਸ਼ਬਦਾਂ ਸੱਤਿਆ ਆ ਜਾਂਦੀ ਹੈ। ਭਾਈ ਕਮਾਲੀਆ ਚਲੇ ਗਿਆ, ਪਰ ਗੱਲ ਪਹੁੰਚਦੀ ਭਾਈ ਬੁੱਧੂ ਤੱਕ ਪਹੁੰਚੀ। ਬੁੱਧੂ ਨੂੰ ਫਿਕਰ ਹੋਇਆ ਕਿ ਕਮਾਲੀਆ ਬਚਨ ਕਰ ਗਿਆ ਹੈ, ਸੰਗਤਾਂ ਨੇ ਕਿਹਾ ਵਾ ਪੱਕਾ ਹੋ ਕੇ ਰਹਿ ਕੱਚਾ, ਤੇ ਕੱਚਾ ਹੀ ਰਹੇਗਾ। ਫਿਰ ਬ੍ਰਹਮ ਗਿਆਨੀ ਵਰਗੇ ਉਹਦੀ ਬਿਰਤੀ ਹੈ। गुरु अर्जन देव पातशाह को जाके अरदास बेनती की, सतगुरु जी पहरेदारां कोलों शायद अवज्ञा हो गई, अनजाने दे विच कमालिया बचन करके चल गया, सारी गल दसी गई। सतगुरु ने आख्या मर्यादा भी रखनी जरूरी सी, गलतियां तुहाडे तो बहुतियां नहीं हुई, बेशक पहरेदारां ने बहुत वड्डी गलती नहीं की, मर्यादा ही कायम रखी है, पर वो सिख है, वो सिक्खी का प्रचारक है, वो सिक्खी की गल लैके तुरदा है, उसका जीवन देख के, उसका आला दुआला देख के, उसकी उठनी बैठनी देख के लोग सिख बन रहे हैं। ब्रह्म ज्ञानी बिरती वाला है, गुरबाणी नाल जुड़िया होया है, जपजी का पाठी है, सत्यावसी बचना तो बचन खाली नहीं जे जाना। भाई बुद्धू नाथ जोड़े सतगुरु साडा की कसूर, फिर असीं तां गुरु का लंगर ही लाया है ना। पहले दिन तो शायद थोड़ी बड़ी अवज्ञा भी हो गई, पछाणिया नहीं गया भाई लखू। सतगुरु ने आख्या बचन गुरसिख का भी सच्चा रहेगा। गुरु अर्जन देव दे बोले हाजर ने, पर भाई बुद्धू सेवा तू की, तू भी गुरु का सिख है, तेरियां भी कच्चियां ਜਿਹੜੀਆਂ पक्कियां दे भाव विकन गईयां। बाद समा इहो जिहा समा नहीं मैं लंबी गल लैके जावां, पर कहंदे बड़ी बारिश हुई, बाद विच सतगुरु दी अरदासां दे नाल जिहड़ी 2 साल तो बारिश नहीं हो रही, इक्को दम चल के बाद च बारिश भी हुई, समा पा के किले की कंध टट गई, इट्टां नहीं सी मिलदियां, ते फिर भाई बुद्धू दी जो इट्टां लैण दे भाई बुद्धू दीयां कच्चियां इट्टां भी जिहड़ियां रह गईयां सन, उहनूं पक्कियां दे भाव दे उत्ते खरीदिया गया समय दे हाकमां वल्लों। किले की कंध इट्टां लगियां, बाद जो कि बादशाह शाहजहान समा पा के आया, उन्हें आके देखा कि आ कंध दियां कच्चियां इट्टां लगदियां ने, पर पक्कियां नालों बाकी पक्कियां खुर गईयां ने, कच्चियां नहीं खुरियां। तो उन्होंने पता लगा कि ये समर्थ पुरख के बचन जुड़े हुए हैं। उन्हें भाई बुद्धू के परिवार को आके सन्मानित किया, एक घोड़ा दिता जिहदे चर्चे पूरे लाहौर च होया करते सन। वो गल साखी वक्री गल, पर मैं अपनी गल महामारी तक रखा। सतगुरु जी ने 2-3 पिरतां पाईयां महामारी के समय दे विच। एक तां लोकां दा दर्द वंडाउण दे लई तुहानूं लोकां दे विच जाना पवेगा, पर अपनी इतिहात भी कायम रखनी पवेगी। लोकां दे पुत्रां नूं बचाउण दे लई अपने पुत्रां नूं बेशक इतिहात रखनी है,
पर लापरवाह बेशक नहीं होना, पर बेपरवाह रह के अपने बच्चों नूं उत्थे लैके जाना पवेगा, तां लोकां दे बच्चे उत्थे अपने आप नूं सुरक्षित महसूस करनगे, अपने परिवारां नूं लैके जाना पवेगा, कुरबानी का मादा रखना पवेगा। एक तो सतगुरु ने पिरत पाई, ਅੰਮ੍ਰਿਤਸਰ ਤੋਂ ਤੁਰੇ ਸਨ, ਦਵਾਵਾਂ ਲੈ ਕੇ ਗਏ ਸਨ, ਰਾਸ਼ਨ ਲੈ ਕੇ ਗਏ ਸਨ, ਸਿੱਖਾਂ ਨੂੰ ਕਹਿੰਦੇ ਦਸ਼ਵੰਧ ਲੈ ਕੇ ਆਓ, ਕਾਰੀਗਰ ਤੱਕ ਨਾਲ ਲੈ ਕੇ ਗਏ ਸਨ। ਔਰ ਸਿੱਖਾਂ ਦੀ ਦੂਜੀ ਗੱਲ, ਜਿੱਥੇ ਲੋੜਵੰਦਾਂ ਨੂੰ ਲੰਗਰ ਛਕਾਉਣਾ ਹੈ ਪਰ ਉੱਥੇ ਲੰਗਰ ਦੀ ਮਰਿਆਦਾ ਵੀ ਕਾਇਮ ਰੱਖਣੀ ਹੈ, ਉਹਨਾਂ ਦੇ ਮਗਰ ਮਗਰ ਚੱਕ ਕੇ ਨਹੀਂ ਤੁਰੇ ਫਿਰਨਾ, ਉਹਨਾਂ ਨੂੰ ਲੋੜਵੰਦ ਨੂੰ ਤੁਹਾਡੇ ਤੱਕ ਚੱਲ ਕੇ ਆਉਣਾ ਚਾਹੀਦਾ ਹੈ ਤਾਂ ਕਿ ਉਹਦੀ ਨਿਮਰਤਾ ਬਣੀ ਰਹੇ। ਤੁਹਾਡੀ ਮਜਬੂਰੀ ਨਾ ਬਣ ਜਾਏ ਲੰਗਰ ਛਕਾਉਣਾ, ਤੁਹਾਡਾ ਫਰਜ਼ ਹੈ ਲੰਗਰ ਛਕਾਉਣਾ, ਪਰ ਤੁਹਾਡੀ ਮਜਬੂਰੀ ਨਹੀਂ ਲੰਗਰ ਛਕਾਉਣਾ। ਇਹ ਗੱਲ ਦਾ ਖਿਆਲ ਰੱਖਣਾ, ਗੁਰੂ ਸਾਹਿਬ ਨੇ ਇਸ ਗੱਲ ਦਾ ਖਿਆਲ ਰੱਖਿਆ। ਹਾਂ, ਇਹ ਗੱਲ ਹੈ ਜਿਹੜਾ ਚੱਲ ਕੇ ਆ ਗਿਆ ਫਿਰ ਉਹਦੇ ਘਰ ਵਿੱਚ ਕੋਈ ਭੁੱਖਾ ਨਾ ਰਹੇ, ਕੋਈ ਬਿਮਾਰ ਹੈ ਜਿੱਤੋਂ ਬਿਮਾਰੀ ਫੈਲ ਸਕਦੀ ਉਹ ਭੁੱਖਾ ਨਾ ਰਹੇ, ਉਹਦਾ ਕੋਈ ਸੱਜਣ ਮਿੱਤਰ ਰਿਸ਼ਤੇਦਾਰ ਲੰਗਰ ਚੱਕ ਕੇ ਲੈ ਜਾਵੇ, ਇਹ ਗੱਲ ਵੱਖਰੀ, ਇਹ ਸਤਿਗੁਰੂ ਨੇ ਖੁੱਲ੍ਹ ਦਿੱਤੀ। ਤੀਜੀ ਗੱਲ, ਜਿਹੜੇ ਗੁਰੂ ਘਰ ਨਾਲ ਜੁੜੇ ਹੋਏ ਨੇ, ਜਿਹੜੇ ਸ਼ਰਧਾਵਾਨ ਸਿੱਖ ਨੇ, ਜਿਹੜੇ ਕਾਰ ਸੇਵਾ ਕਰਦੇ ਨੇ, ਜਿਹੜਾ ਸਿੱਖੀ ਦਾ ਪ੍ਰਚਾਰ ਕਰਦੇ ਨੇ, ਜਿਹੜੇ ਸਿੱਖੀ ਲਈ ਜੁੜੇ ਹੋਏ ਨੇ, ਉਹਨਾਂ ਦਾ ਖਾਸ ਖਿਆਲ ਰੱਖਣਾ ਹੈ। ਉਹ ਕਾਰ ਸੇਵਾ ਕਰਦੇ ਨੇ, ਉਹਨਾਂ ਦੀ ਗੈਰਤ ਵੀ ਕਾਇਮ ਰਹੇ, ਉਹਨਾਂ ਦੀ ਅਣਖ ਵੀ ਕਾਇਮ ਰਹੇ, ਉਹਨਾਂ ਨੇ ਮੰਗਣਾ ਨਹੀਂ ਤੁਹਾਡੇ ਤੋਂ, ਉਹਨਾਂ ਨੇ ਹਿਚਕਚਾਹਟ ਜੀ ਮਹਿਸੂਸ ਕਰਨੀ ਹੈ, ਪਰ ਉਹਨਾਂ ਨੂੰ ਆਪ ਕਹਿ ਕੇ ਸਤਿਗੁਰੂ ਨੇ ਇੱਕ ਦਿਹਾੜੀ ਦਾ ਟਕਾ ਵੀ ਦਿੱਤਾ ਤਾਂ ਕਿ ਉਹਨਾਂ ਦੇ ਘਰ ਦੀਆਂ ਲੋੜਾਂ ਪੂਰੀਆਂ ਹੁੰਦੀਆਂ, ਲੰਗਰ ਵੀ ਛਕੋ, ਘਰ ਵੀ ਲੈ ਕੇ ਜਾਓ, ਪਰ ਇੱਕ ਟਕਾ ਵੀ ਦਿੱਤਾ ਸਤਿਗੁਰੂ ਨੇ। ਇੱਕ ਇਹ ਮਰਿਆਦਾ, ਇੱਕ ਜਿਹੜੀ ਇੱਥੇ ਮਰਿਆਦਾ ਕਾਇਮ ਕੀਤੀ, ਔਰ ਨਾਲ ਇਤਿਹਾਤ ਵਜੋਂ ਸੋਸ਼ਲ ਡਿਸਟੈਂਸ ਵੀ ਕਾਇਮ ਰੱਖਿਆ। ਪਰ ਜਦੋਂ ਕਮਾਈ ਭਾਈ ਕਮਾਲੀਆ ਜਿਹੜਾ ਕਿ ਸਿੱਖੀ ਦਾ ਪ੍ਰਚਾਰਕ ਸੀਗਾ, ਲੱਗਾ ਕਿ ਉਹਦੇ ਮਨ ਨੂੰ ਠੇਸ ਪੁੱਜੀ ਹੈ, ਤਾਂ ਇਹ ਵੀ ਕਿਹਾ ਕਿ ਉਹਦੇ ਜਿਹੜੇ ਪ੍ਰਚਾਰਕ ਦੇ ਬੋਲ ਨੇ, ਜਿਹੜੇ ਗੁਰਸਿੱਖ ਦੇ ਬੋਲ ਨੇ, ਜਿਹੜੇ ਜਪਜੀ ਦੇ ਪਾਠੀ ਦੇ ਬੋਲ ਨੇ, ਉਹ ਸੱਤ ਰਹਿਣੇ ਨੇ, ਗੁਰੂ ਦੀ ਉਹਦੇ ਬੋਲਾਂ ਨੂੰ ਗੁਰੂ ਵੀ ਨਹੀਂ ਬਦਲ ਸਕਦਾ, ਸੋ ਆਪਣੇ ਪ੍ਰਚਾਰਕਾਂ ਦਾ ਵੀ ਖਿਆਲ ਰੱਖਣਾ ਹੈ। ਇਹ ਪਿਰਤਾਂ ਸਤਿਗੁਰ ਨੇ ਉਸ ਮਹਾਂਮਾਰੀ ਦੇ ਸਮੇਂ ਦੇ ਵਿੱਚ ਪਾਈਆਂ, ਲਾਹੌਰ ਦੇ ਵਿੱਚ ਬੈਠ ਕੇ ਪਾਈਆਂ। ਇਹ ਗੱਲ ਵੱਖਰੀ ਕਿ ਲੋਕਾਂ ਦਾ ਦਰਦ ਵੰਡਾਉਂਦਿਆਂ ਲੋਕਾਂ ਦਾ ਸਾਰਾ ਦੁੱਖ ਆਪਣੇ ਉੱਤੇ ਲਿਆ, ਔਰ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਕਿ 2.5 ਸਾਲ ਦੀ ਉਮਰ ਸਨ, ਉਹਨਾਂ ਨੂੰ ਉੱਥੇ ਲੋਕਾਂ ਦੀ ਸੇਵਾ ਕਰਦਿਆਂ ਚੇਚਕ ਦੀ ਇੱਕ ਲਾਗ ਵੀ ਲੱਗੀ। ਉਹਦਾ ਜ਼ਿਕਰ ਕਦੇ ਆਪਾਂ ਫੇਰ ਕਰਾਂਗੇ। ਸਤਿਗੁਰੂ ਰਹਿਮਤਾਂ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।